सब तो पहला तो यार मैं माफी चाहना तुहाडी इनकनवीनियंस लई, क्योंकि मैं एक दो जगह ट्राई कीता सी पर कोविड करके आपां नूं उहदे प्रोटोकॉल जिहड़े वो पूरे करने पैणे आ। असली गल है कि मैनूं वीरवार रात नूं कैप्टन संदीप संधू दा फोन आया कि मैनूं सीएम साहब ने एक मैसेज दिता ते वो मैसेज मैं तैनूं देना, ते धमकी भरिया मैसेज। मैं उन्होंने एक बारी नहीं, दो बारी नहीं, तीन बारी मैं क्या कैप्टन अमरिंदर सिंह ने यह गल कही आ, कहते कैप्टन अमरिंदर सिंह ने यह गल कही आ कि तेरियां असीं लिस्टां बहुत कढ लईआं ते तैनूं हुण असीं ठोकणा। पहलां तां सच्ची गल आ कि महसूस बड़ा होया भी असीं किधर नूं तुर पए। असली जिहड़े इशू सी असीं वो किधर नूं लै गए, क्योंकि कोविड दा समां पंजाब बड़े डिफिकल्ट और हिंदुस्तान बड़े डिफिकल्ट दौर चों गुजर रहा, ते उस दौर दे विच एक चीफ मिनिस्टर अपने पोलीटिकल सैकटरी राही एक MLA नूं यह सुनेहा दे रहा भई तू तैयार हो जा, तैनूं ठोकना। मैं क्या फिर तू एक मेरा सुनेहा दे सकदा? मैं क्या जे सच बोलण दी ये सजा आ ना, जे असीं बेअदबियां दी कोई गल कीती आ, जे पावर परचेज एग्रीमेंट्स दी रिव्यू करन दी गल कीती आ, जे माइनिंग दी गल कीती आ, जे एक्साइज दी गल कीती आ, ते ओ काहदे लई कीती आ? ਉਹ ਇਸ ਕਰਕੇ ਕੀਤੀ ਆ ਵੀ ਪੰਜਾਬ ਦੀ ਇਕਨੋਮੀ ਠੀਕ ਹੋ ਜਵੇ, ਪੰਜਾਬ ਦਾ ਸੋਸ਼ਲ ਕਲਚਰ ਠੀਕ ਹੋ ਜਵੇ। ਪੰਜਾਬ ਬੇਸਿਕਲੀ ਜਿਹੜਾ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਦੀ ਧਰਤੀ ਆ, ਉਹ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਹੁੰਦਾ, ਕਿਸੇ ਵੀ ਜਾਤ ਨਾਲ ਕੋਈ ਵਿਤਕਰਾ ਹੁੰਦਾ, ਕਿਉਂਕਿ ਸਾਡੀ ਫਿਲਾਸਫੀ ਉਹ ਆ। ਅਸੀਂ ਕੰਮ ਤਾਂ ਉਹਦੇ ਤੇ ਕਰਨਾ ਸੀ, ਕਿਉਂਕਿ 2 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਚਿੱਠੀ ਲਿਖੀ ਸੀ, ਤੇ ਲੇਕਿਨ ਜੇ ਉਹਦੀ ਕਿਹੜਿਆ मैं क्या जिथे मर्जी जदों मर्जी मैं रेडी हाँ, मैं बिल्कुल तैयार हाँ इस काम लई। सरकार ने जो करना वो कर लवे, क्योंकि मैनू नहीं सी पता भी असली गल आ ये पॉलिटिक्स जिहड़ी वो इन्नी माड़ी हुंदी आ। और पढ़ना भी आउंदा, लिखना भी आउंदा ते समझना भी आउंदा। असलीयत यह आ भी ये लोकी ਪਹਿਲਾਂ ਤੁਹਾਡੇ ਤੇ ਆਸਾਨ ਕਰਦੇ ਆ। ਮੈਂ ਨਹੀਂ ਕਹਿੰਦਾ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਏ ਸੀ ਪੋਲਿਟਿਕਸ ਦੇ ਵਿੱਚ, ਮੈਂ ਨਹੀਂ ਆਉਂਦਾ ਸੀ, ਲੇਕਿਨ ਇੰਨਾ ਆਸਾਨ ਤਾਂ ਨਹੀਂ ਨਾ ਵੀ ਹੁਣ ਅਸੀਂ ਪੰਜਾਬ ਲੁੱਟਦਾ ਹੋਇਆ ਦੇਖ ਲਈਏ। ਮੈਂ ਕਦੀ ਕਿਸੇ ਪੋਲੀਟੀਕਲ ਪਾਰਟੀ ਨੂੰ ਅੱਜ ਤੱਕ ਮਾੜਾ ਨਹੀਂ ਕਿਹਾ, ਕਿਉਂਕਿ ਪੋਲੀਟੀਕਲ ਪਾਰਟੀਆਂ ਨਹੀਂ ਮਾੜੀਆਂ, ਉਹਨੂੰ ਚਲਾਉਣ ਵਾਲੇ ਲੋਕ ਮਾੜੇ ਆ। ਉਹਨੂੰ ਚਲਾਉਣ ਵਾਲੇ ਲੋਕਾਂ ਨੇ ਧੰਦਾ ਬਣਾ ਲਿਆ, ਤੇ ਉਸ ਡੈਮੋਕ੍ਰੇਸੀ ਨੂੰ ਬਚਾਉਣ ਦੀ ਜ਼ਰੂਰਤ ਹੈ। ਤੇ ਜੇ ਉਸ ਡੈਮੋਕ੍ਰੇਸੀ ਨੂੰ ਨਾ ਬਚਾਵਾਂਗੇ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਲਈ ਬਹੁਤਾ ਚੰਗਾ ਨਹੀਂ। ਜੇ ਸੂਬੇ ਦੇ ਵਿੱਚੋਂ ਹਰ 10ਵੀਂ ਜਾਂ +2 ਪਾਸ ਕਰਕੇ ਬੱਚਾ ਬਾਹਰ ਜਾਣ ਨੂੰ ਤਿਆਰ ਆ, ਉਹ ਕਹਿੰਦਾ ਅਸੀਂ ਡਿਗਰੀ ਨਹੀਂ ਕਰਨੀ, ਸਾਨੂੰ ਆਈਲੈਟਸ ਕਰਾ ਦਿਓ। ਹਰ ਬਿਜ਼ਨਸਮੈਨ ਭੱਜਣ ਨੂੰ ਤਿਆਰ ਆ, ਹਰ ਉਹ ਇਨਸਾਨ ਇੱਥੋਂ ਜਾਣ ਨੂੰ ਤਿਆਰ ਆ ਜਿਹੜੇ ਅਸੀਂ ਪੰਜਾਬ ਦੀ ਗੱਲ ਕਰਦੇ ਆ। ਕਿਉਂਕਿ ਮੈਂ ਤਾਂ ਹਿੰਦੁਸਤਾਨ ਦੀ 10 ਸਾਲ ਕਪਤਾਨੀ ਕਰ ਲਈ, ਤੇ ਜਦੋਂ ਤੁਹਾਡੇ ਹੱਥ 'ਚ ਝੰਡਾ ਹੁੰਦਾ ਸੀ ਨਾ, ਤੇ ਤੁਸੀਂ ਮਾਣ ਮਹਿਸੂਸ ਕਰਦੇ ਸੀ ਵੀ ਅਸੀਂ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਦੇ ਆ। ਤੇ ਮੈਂ ਕਈ ਵਾਰੀ ਉਹ ਐਥਲੀਟ ਰੋਂਦੇ ਵੀ ਦੇਖੇ, ਉਹ ਉਹਨਾਂ ਦੀ ਫੀਲਿੰਗ ਆ, ਉਹ ਆਪਣੇ ਕੰਟਰੀ ਦਾ ਜਦੋਂ ਝੰਡਾ ਲੈ ਕੇ ਅੱਗੇ ਵਧਦੇ ਆ। ਤੇ ਇਹ ਮੇਰੇ ਵਰਗੇ ਨਾਲ ਜੇ ਇਦਾਂ ਦਾ ਹੈ, ਕਿਉਂਕਿ ਹਰ ਬੰਦੇ ਦੀ ਬਾਹ ਮਰੋੜਦੇ ਆ, ਹਰ ਬੰਦੇ ਨੂੰ ਇਹਨਾਂ ਏਜੰਸੀਆਂ ਦੇ ਥਰੂ
ਇਹ ਕਹਿੰਦੇ ਆ ਕਿ ਹਾਂ ਵੀ ਆ ਜਾ ਤੇਰੀ ਹੁਣ ਬਾਂਹ ਮਰੋੜੀਏ। ਕੈਪਟਨ ਸਾਹਿਬ ਆਪਾਂ ਪੁੱਠੇ ਰਾਹ ਪੈ ਗਏ ਆ। ਆਪਾਂ ਇਹ ਬਾਂਹ ਮਰੋੜ ਵਾਲੀ ਰਾਜਨੀਤੀ ਛੱਡੀਏ। ਸਮਾਂ ਕਿਸੇ ਦਾ ਨਹੀਂ ਬਚਦਾ ਹੁੰਦਾ। ਸਮਾਂ ਮੁਗਲਾਂ ਦਾ ਨਹੀਂ ਬਚਿਆ, ਮੰਗੋਲੀਅਨ ਦਾ ਨਹੀਂ ਬਚਿਆ, ਗੋਰਿਆਂ ਦਾ ਨਹੀਂ ਬਚਿਆ। ਇੱਥੇ ਬਹੁਤ ਆਏ ਆ, ਇੱਥੇ ਬਹੁਤਿਆਂ ਨੇ ਆਉਣਾ। ਜਿਹੜੀ ਕਿਤੇ ਜਿਹੜਾ ਸੂਰਜ ਚੜ੍ਹਦਾ ਹੁੰਦਾ ਨਾ, ਉਹ ਢਲਦਾ ਵੀ ਹੁੰਦਾ। ਔਰ ਜਿਹੜੀ ਜਿੰਨੀਆਂ ਏਜੰਸੀਜ਼ ਹੈਗੀਆਂ, ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਤੇ ਅਫਸਰ ਉਹ ਆਵੇ ਜਿਹੜਾ ਸਾਫ਼ ਸੁਥਰਾ ਹੋਵੇ, ਜਿਹਦੀਆਂ ਲੱਤਾਂ ਭਾਰ ਚੱਲਦੀਆਂ ਹੋਣ। ਉਹ ਮੇਰੇ ਵੱਲ ਆ ਜਾਵੇ, ਜਦੋਂ ਮਰਜ਼ੀ ਆ ਜਾਵੇ, ਜਾਂ ਮੈਨੂੰ ਕਾਲ ਕਰ ਲਵੇ, ਮੈਂ ਚਲੇ ਜਾਣਾ ਉੱਥੇ। ਇਹ ਧਮਕੀਆਂ, ਕਿਉਂਕਿ ਅਸਲੀ ਗੱਲ ਹੈ ਕਿ ਪੋਲੀਟੀਕਲ ਸਿਸਟਮ 'ਚ ਮੈਂ ਤਾਂ ਇਹ ਦੇਖ ਰਿਹਾ ਵੀ ਪਾਰਟੀਆਂ ਦੀਆਂ ਪਾਰਟੀਆਂ ਰਲ ਜਾਂਦੀਆਂ ਆਪਸ ਵਿੱਚ, ਬਿਊਰੋਕਰੈਟਸ ਰਲ ਜਾਂਦੇ ਆ। ਜਿੱਦਣ ਬਿਊਰੋਕਰੈਟਸ ਆਪਣੀ ਜੌਬ ਦੇ ਵਿੱਚ ਆਉਂਦਾ ਨਾ, ਜੇ ਕਿਤੇ ਆਈਪੀਐਸ ਭਰਤੀ ਹੋ ਕੇ, ਆਈਪੀਐਸ ਭਰਤੀ ਹੋ ਕੇ, ਪੀਪੀਐਸ ਪੀਸੀਐਸ ਭਰਤੀ ਹੋ ਕੇ, ਤਾਂ ਉਹਨੂੰ ਸਹੁੰ ਖਿਲਾਈ ਜਾਂਦੀ ਆ ਵੀ ਬਿਨਾਂ ਕਿਸੇ ਪ੍ਰੈਸ਼ਰ ਤੋਂ, ਬਿਨਾਂ ਕਿਸੇ ਕ੍ਰੀਡ ਐਂਡ ਕਾਸਟ ਤੋਂ ਤੂੰ ਕਾਨੂੰਨ ਦੇ ਮੁਤਾਬਕ ਕੰਮ ਕਰਨਾ। ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ ਇਹਨਾਂ ਲੋਕਾਂ ਨੇ। ਜਦੋਂ ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ, ਮੈਂ ਕਹਿੰਦਾ ਪੋਲੀਟੀਕਲ ਬੰਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਗੱਲ ਸਮਝ ਆ ਗਈ, ਲੇਕਿਨ ਬਿਊਰੋਕਰੈਟ ਤਾਂ ਇੱਕ ਪੋਸਟਿੰਗ ਕਰਕੇ ਇਹਨਾਂ ਦੀਆਂ ਕਠਪੁਤਲੀਆਂ ਬਣ ਗਈਆਂ। ਮੈਂ ਨਹੀਂ ਕਹਿੰਦਾ ਇਮਾਨਦਾਰ ਹੈ ਨਹੀਂ, ਵਿੱਚ ਹੈਗੇ ਆ, ਲੇਕਿਨ ਵਰਤਦੇ ਉਹੋ ਜਿਹਾ ਨੂੰ ਆ ਜਿਹੜੇ ਕਿ ਇਹਨਾਂ ਦੇ ਵਿੱਚ ਵੀ ਬਲੈਕ ਸ਼ੀਪਸ ਆ। ਸੁੱਖੀ ਰੰਧਾਵੇ ਨੇ ਕੱਲ ਸਟੇਟਮੈਂਟ ਦਿੱਤੀ ਆ। ਚੰਨੀ ਦੇ ਵੀ ਅੱਜ ਜਿਹੜੇ ਚਰਨਜੀਤ ਸਿੰਘ ਚੰਨੀ ਆ, ਉਹਨਾਂ ਦੇ ਅਗੇਂਸਟ ਵੀ ਅੱਜ ਖਬਰ ਪਲਾਂਟ ਕਰਾਈ ਗਈ। ਜੇ ਇਹੀ ਗੱਲਾਂ ਅਸੀਂ ਕਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਤੁਰ ਪਏ ਸੀ? ਅਸੀਂ ਕਦੋਂ ਕਿਹਾ ਸੀ? ਲੇਕਿਨ ਜੇ ਇਹ ਸੱਚ ਦੀ ਸਜ਼ਾ ਦੇਣੀ ਚਾਹੁੰਦੇ ਆ ਤਾਂ ਫਿਰ ਜ਼ਰੂਰ ਜਿੱਥੇ ਮਰਜ਼ੀ, ਜਦੋਂ ਮਰਜ਼ੀ, ਜਿੱਥੇ ਮਰਜ਼ੀ ਆ ਜਾਣ। ਇਹਨਾਂ ਲੋਕਾਂ ਨੇ, ਕਿਉਂਕਿ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਦਾ ਹੁੰਨਾ ਵੀ ਆਪਾਂ ਕੰਮ ਕਰ ਲਈਏ, ਆਪਾਂ ਇੰਸਟੀਟਿਊਸ਼ਨਸ ਰਹਿਣ ਦਈਏ, ਲੇਕਿਨ ਨਾ। ਔਰ ਉਹ ਜਿਹੜਾ ਵਿਜੀਲੈਂਸ ਦਾ ਡੀਜੀਪੀ ਆ ਭਰਤਿੰਦਰ ਚਹਿਲ, ਕਿਉਂਕਿ ਹੁਣ ਤੁਸੀਂ ਮੈਨੂੰ ਇਹ ਕਹੋਗੇ ਵੀ ਹਾਂ ਵੀ ਡੀਫੈਕਟੋ ਉਹੀ ਆ, ਉਹੀ ਹੀ ਬੇਸਿਕਲੀ ਇਹ ਤਾਣਾ ਬਾਣਾ ਮੁੜਦਾ। ਔਰ ਮੈਨੂੰ ਸਾਰਾ ਕੁਝ, ਮੈਨੂੰ ਗੱਲ ਸਮਝ ਵੀ ਹੈਗੀ ਆ, ਮੇਰਾ ਦਿਮਾਗ ਵੀ ਚੱਲਦਾ, ਤੇ ਮੈਨੂੰ ਲਿਖਣਾ ਵੀ ਆਉਂਦਾ, ਮੈਨੂੰ ਪੜ੍ਹਨਾ ਵੀ ਆਉਂਦਾ, ਤੇ ਮੇਰੇ 'ਚ ਗਟਸ ਵੀ ਹੈਗੇ ਆ ਕਿ ਪੰਜਾਬ ਨੂੰ ਕਿੱਦਾਂ ਡਿਫੈਂਡ ਕਰਨਾ। ਮੈਂ ਤਾਂ ਅਸਲੀ ਗੱਲ ਆ, ਤੁਹਾਡੇ ਨਾਲ ਪਿਛਲੀ ਵਾਰੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ 5-7-10 ਦਿਨਾਂ ਤਾਈਂ ਮਿਲਾਂਗੇ, ਪਰ ਮਿਲਣਾ ਤਾਂ ਕਿਸੇ ਹੋਰ ਟੌਪਿਕ ਤੇ ਸੀ। ਅਸਲੀ ਗੱਲ ਆ, ਮਿਲਣਾ ਕਿਸੇ ਹੋਰ ਟੌਪਿਕ ਤੇ ਸੀ, ਪਰ ਇਹ ਤਾਂ ਵਿੱਚ ਟੌਪਿਕ ਹੀ ਹੋਰ ਲੈ ਆਂਦਾ। ਉਹ ਵੀ ਮੈਂ ਤੁਹਾਨੂੰ ਕਿਸੇ ਦਿਨ, ਕਿਉਂਕਿ ਆਪਾਂ 2-4 ਦਿਨਾਂ ਬਾਅਦ ਮਿਲਦੇ ਰਿਹਾ ਕਰਾਂਗੇ, ਕਿਉਂਕਿ ਲੜਾਈ ਅਸੂਲਾਂ ਦੀ ਆ, ਲੜਾਈ ਉਹਨਾਂ ਕਦਰਾਂ ਕੀਮਤਾਂ ਦੀ, ਲੜਾਈ ਪੰਜਾਬ ਲਈ ਆ। ਜੇ ਨਹੀਂ ਲੜਾਂਗੇ ਤਾਂ ਫਿਰ, ਜੇ ਤਾਂ ਤੁਸੀਂ ਵੀ ਮੈਨੂੰ ਦੱਸ ਦਿਓ ਵੀ ਜੇ ਤਾਂ ਇਹ ਸਿਸਟਮ ਬਹੁਤ ਚੰਗਾ ਚੱਲਦਾ, ਫਿਰ ਤਾਂ ਮੈਂ ਵੀ ਤੁਹਾਡੇ ਕੋਲੋਂ ਮਾਫੀ ਮੰਗ ਲਵਾਂਗਾ ਕਿ ਭਾਈ ਮੇਰੇ ਕੋਲੋਂ ਗਲਤੀ ਹੋ ਗਈ। ਲੇਕਿਨ ਜੇ, ਕਿਉਂਕਿ ਡੈਮੋਕ੍ਰੇਸੀ ਦੇ ਜਿਹੜੇ ਚਾਰੇ ਥੰਮ ਹੈ, ਜੇ ਚਾਰੇ ਪਿੱਲਰ ਆ, ਪੱਤਰਕਾਰ ਵੀ ਵਿੱਚ ਬਹੁਤ ਚੰਗੇ ਹੈਗੇ ਆ, ਹਰ ਫੀਲਡ ਦੇ ਵਿੱਚ ਬਹੁਤ ਚੰਗੇ ਬੰਦੇ ਆ, ਲੇਕਿਨ ਅਸਲੀ ਗੱਲ ਹੈ ਹੌਲੀ ਹੌਲੀ ਇਹਨਾਂ ਨੇ ਡਿਮੋਲਿਸ਼ ਕਰਨ ਦੀ ਕਸਰ ਕੋਈ ਨਹੀਂ ਛੱਡੀ। ਕਿੰਨੇ ਪੈਸੇ ਚਾਹੀਦੇ ਆ ਬੰਦੇ ਨੂੰ ਜ਼ਿੰਦਗੀ ਜੀਣ ਲਈ? ਮੈਨੂੰ ਲੱਗਦਾ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਅੱਜ ਤੱਕ ਵੀ ਸਾਨੂੰ ਜ਼ਿੰਦਗੀ ਜੀਣ ਲਈ ਪੈਸੇ ਕਿੰਨੇ ਚਾਹੀਦੇ ਆ। ਆਹ ਕੋਵਿਡ ਵਰਗੀ ਮਹਾਮਾਰੀ ਦੇ ਵਿੱਚ ਇਹੋ ਜਿਹੇ ਬੰਦੇ ਚਲੇ ਗਏ ਜਿਨ੍ਹਾਂ ਬਾਰੇ ਕਦੀ ਸੋਚਿਆ ਨਹੀਂ ਸੀਗਾ, ਜਿਨ੍ਹਾਂ ਬਾਰੇ ਮਹਿਸੂਸ ਕਰਦੇ ਆ, ਲੇਕਿਨ ਮਹਿਸੂਸ ਬੜਾ ਹੋਇਆ ਮੈਨੂੰ। ਮੈਂ 1-2 ਦਿਨ ਤਾਂ ਸੱਚੀ ਗੱਲ ਹੈ ਇੰਨਾ ਕੁ ਅਪਸੈਟ ਰਿਹਾ, ਮੈਂ ਕਿਹਾ ਯਾਰ ਆਹ ਦਿਨ ਮੇਰੇ ਵਰਗੇ ਨੂੰ ਦੇਖਣੇ ਪੈਣਗੇ, ਆਹ ਦਿਨ ਮੇਰੇ ਵਰਗੇ ਬੰਦੇ ਨੂੰ, ਕਿਉਂਕਿ ਕਦੀ ਪ੍ਰੋਟੋਕਾਲ ਤੋਂ ਬਾਹਰ ਨਹੀਂ ਗਿਆ, ਕਦੀ ਕੋਸ਼ਿਸ਼ ਕੀਤੀ ਆ ਵੀ ਹਾਂ ਵੀ ਸਿਸਟਮ ਦੇ ਵਿੱਚ ਰਹਿ ਕੇ ਜਿੰਨਾ ਕੁ ਵੀ ਸੁਧਾਰ ਕਰ ਸਕਦੇ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਰਿਆਂ ਨੂੰ ਸੁਧਾਰ ਕਰ ਸਕਦੇ ਆ। ਲੈਟ ਅਸ ਮੇਕ ਏ ਟੀਮ, ਲੈਟ ਅਸ ਮੇਕ ਏ ਪੰਜਾਬ ਮੂਵਿੰਗ। ਇਹ ਲੋਕਾਂ ਦੀ ਕਚਹਿਰੀ ਆ, ਲੋਕਾਂ ਨੂੰ ਬਦਲਣਾ ਪਊਗਾ, ਸੋਚ ਬਦਲਣੀ ਪਊਗੀ। ਪਿੰਡਾਂ ਦੇ ਪਿੰਡ ਇਹਨਾਂ ਲੋਕਾਂ ਨੇ ਧੜਿਆਂ 'ਚ ਵੰਡ ਕੇ ਰੱਖ ਦਿੱਤੇ ਤੇ ਆਪ ਸ਼ਾਮ ਨੂੰ ਇਕੱਠੇ ਹੀ ਆ।
ਆਪ ਜਦੋਂ ਕਿਤੇ ਵੀ ਸਿਸਟਮ 'ਚ ਉਲਝਣ ਆਉਂਦੀ ਆ, ਜਦੋਂ ਤੀਜਾ ਬੰਦਾ ਕੋਈ ਕਹਿਣ ਦੀ ਜੁਰਤ ਕਰਦਾ, ਉਦੋਂ ਫਿਰ ਉਹਨੂੰ ਸਾਰੇ ਜਣੇ ਇਕੱਠੇ ਹੋ ਕੇ ਪੈਂਦੇ ਆ। ਨਵਜੋਤ ਸਿੰਘ ਸਿੱਧੂ ਜੇ 2 ਸਾਲ ਪਹਿਲਾਂ ਜੇ ਇਹਨਾਂ ਕੋਲ ਉਹਦੇ ਅਗੇਂਸਟ ਇੰਨਾ ਮਟੀਰੀਅਲ ਹੈ ਤਾਂ ਫਿਰ 2 ਸਾਲ ਵੀ ਕਿਉਂ ਰੱਖਿਆ? ਵਿਜੀਲੈਂਸ ਦਾ ਇੱਕ ਐਕਸੀਅਨ ਦੇ ਉੱਤੇ 1200 ਕਰੋੜ ਦਾ ਪਰਚਾ ਦਰਜ ਕਰਤਾ। ਤੁਸੀਂ ਸਾਰੇ ਸਿਆਣੇ ਹੋ, ਇੱਕ ਵਿਜੀਲੈਂਸ ਆਫੀਸਰ ਜਿਹੜਾ ਸਿਸਟਮ ਜਿਹੜਾ ਉਹ ਇੱਕ ਐਕਸੀਅਨ ਤੇ 1200 ਕਰੋੜ ਦਾ ਪਰਚਾ ਦਰਜ ਕਰਦਾ, ਇਹਦਾ ਮਤਲਬ ਉਹਦੇ ਅੱਗੇ ਪਿੱਛੇ ਕੋਈ ਹੈ ਨਹੀਂਗਾ। ਫਿਰ ਇਹੋ ਜਿਹਾ ਸਿਸਟਮ ਤੋਂ ਆਪਾਂ ਲੈਣਾ ਕੀ ਆ? ਇਰੀਗੇਸ਼ਨ ਦੀ ਫਾਈਲ ਪਿਛਲੇ 4 ਸਾਲਾਂ 'ਚ 4.25 ਸਾਲਾਂ 'ਚ ਉਹ ਕਿੱਥੇ ਤੁਰੀ ਫਿਰਦੀ ਆ? ਮੈਨੂੰ ਗੱਲ ਸਮਝ ਹੈਗੀ ਆ, ਕਿਉਂਕਿ ਉਹਦੇ ਵਿੱਚ ਵੱਡੀਆਂ ਮੱਛੀਆਂ ਕਦੀ ਉਹਨੂੰ ਸੱਜੇ ਨੂੰ ਕਰ ਲੈਂਦੇ ਆ, ਕਦੀ ਖੱਬੇ ਨੂੰ ਕਰ ਲੈਂਦੇ ਆ, ਕਦੀ ਕਿਸੇ ਪਾਸੇ ਨੂੰ ਕਰ ਲੈਂਦੇ ਆ, ਕਦੀ ਕਿਸੇ ਪਾਸੇ ਨੂੰ ਕਰ ਲੈਂਦੇ ਆ। ਇਸ ਕਰਕੇ ਕਪਤਾਨ ਸਾਹਿਬ, ਮੈਂ ਵੀ ਹਿੰਦੁਸਤਾਨ ਦਾ ਕੈਪਟਨ ਰਿਹਾ ਹਾਂ ਹਾਕੀ ਦਾ, ਲੇਕਿਨ ਮੈਂ ਇੱਜ਼ਤ, ਕਿਉਂਕਿ ਬੇਸਿਕ ਮੇਰੀ ਪ੍ਰੋਬਲਮ ਕਿੱਥੇ ਆ ਕਿ ਮੈਂ ਕਦੀ ਪ੍ਰੋਟੋਕਾਲ ਨਹੀਂ ਤੋੜਦਾ, ਮੈਂ ਕਦੀ ਡਿਸਰਿਸਪੈਕਟ ਕਿਸੇ ਨੂੰ ਸ਼ੋ ਨਹੀਂ ਕਰਦਾ। ਮੈਨੂੰ ਇਹ ਆਸ ਸੀ, ਸੱਚੀ ਗੱਲ ਆ, 2017 ਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਲਾਸਟ ਇਨਿੰਗ ਆ ਤੇ ਇਹ ਪੰਜਾਬ ਲਈ ਕੁਛ ਨਾ ਕੁਛ ਚੰਗਾ ਕਰਕੇ ਜਾਣਗੇ। ਪਰ ਅਫਸੋਸ ਹੈ ਅਸੀਂ ਪੁੱਠੇ ਰਾਹ ਪਾ ਲਿਆ। ਕਿਤੇ ਬੈਠ ਕੇ ਇਕੱਲੇ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ, ਕਿਤੇ ਬੈਠ ਕੇ ਇਕੱਲੇ ਕਮਰੇ 'ਚ ਸ਼ੀਸ਼ੇ 'ਚ ਬੈਠ ਕੇ ਸੋਚਿਓ ਤਾਂ ਸਹੀ ਵੀ ਮੈਂ ਕਰ ਕੀ ਰਿਹਾ। ਇਹ ਤਾਂ ਨਹੀਂ ਹੈ ਕਿਤੇ ਆਲੇ ਦੁਆਲੇ ਜਿਹੜੀ ਕੋਟਰੀ ਇਕੱਠੀ ਹੋਈ ਆ ਉਹ ਤੁਹਾਨੂੰ ਕਿਸੇ ਤਰ੍ਹਾਂ ਦੀ ਮਿਸਗਾਈਡ ਕਰ ਰਹੀ ਆ। ਪੰਜਾਬ ਲਈ ਕਰ ਕੀ ਰਹੇ ਹੋ? ਮੈਨੂੰ ਤਾਂ ਇਹ ਵੀ ਪਤਾ ਵੀ ਕੌਣ ਕਿੱਥੇ ਮਿਲਿਆ। ਮੈਂ ਤਾਂ ਚੁੱਪ ਸੀ, ਮੈਂ ਕਿਹਾ ਛੱਡੋ, ਕਿਉਂਕਿ ਆਪਾਂ ਇਹਨਾਂ ਕੰਮਾਂ 'ਚੋਂ ਕੀ ਲੈਣਾ, ਆਪਣਾ ਰੋਲ ਪਲੇ ਕਰੀਏ। ਕਿਉਂਕਿ ਮੈਂ ਬੀਇੰਗ ਏ ਖਿਡਾਰੀ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜਦੋਂ ਟੀਮ ਚੰਗੀ ਹੋ ਜਾਊਗੀ ਤਾਂ ਹੌਲੀ ਹੌਲੀ ਉਹਦੇ ਰਿਜ਼ਲਟ ਚੰਗੇ ਹੋਣਗੇ, ਪਰ ਆਪਣੀ ਜ਼ਿੰਮੇਵਾਰੀ ਨਿਭਾਓ। ਲੇਕਿਨ ਜਦੋਂ ਮੇਰੇ ਵਰਗੇ ਬੰਦੇ ਨੂੰ ਜੇ ਇਹ ਧਮਕੀ ਦਿੰਦੇ ਆ ਤਾਂ ਫਿਰ ਮੇਰਾ ਖਿਆਲ ਹੈ ਵੀ ਲੜਨ ਤੋਂ ਇਲਾਵਾ ਸਾਡੇ ਕੋਲ ਚਾਰਾ ਕੋਈ ਨਹੀਂ ਹੈ। ਔਰ ਉਸ ਲੜਾਈ ਦੇ ਵਿੱਚ ਇਹ ਜਿੱਥੇ ਮਰਜ਼ੀ ਚਲੇ ਜਾਣ, ਜਿੱਦਾਂ ਮਰਜ਼ੀ ਕਰ ਲੈਣ, ਐਂਡ ਆਈ ਐਮ ਵੈਰੀ ਓਪਨ। ਥੈਂਕ ਯੂ ਵੈਰੀ ਮਚ। कोशिश करिए फिर बाद में आप गाइड कर लेना। जिस तरह ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਨਿਸ਼ਾਨੇ ਤੇ ਆ ਗਏ, ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਤੇ ਆ ਗਿਆ, ਚਰਨਜੀਤ ਸਿੰਘ ਚੰਨੀ ਨਿਸ਼ਾਨੇ ਤੇ ਆ ਗਏ, ਔਰ ਕੱਲ ਇਹ ਵੀ ਸ਼ੱਕ ਪਿਆ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਗੈਂਗਸਟਰਾਂ ਦੇ ਨਾਲ ਸੰਬੰਧਾਂ ਨੂੰ ਲੈ ਕੇ ਵੀ ਚੁੱਪ-ਚੁਪੀਤੇ ਤੇ ਪੜਤਾਲ ਕੀਤੀ ਹੈ। ਮਤਲਬ ਉਹ ਲੋਕ ਜਿਹੜੇ ਬੇਅਦਬੀ ਦੀ ਔਰ ਨਸ਼ਿਆਂ ਦੀ ਇਨਸਾਫ ਮੰਗਦੇ ਉਹ ਟਾਰਗੇਟ ਹੋ ਰਹੇ ਨੇ ਕਿ ਜਾਂ ਉਹਨਾਂ ਨੂੰ ਕੋਈ ਖਤਰਾ ਹੈਗਾ ਕਿ ਇਹ ਜਿਹੜਾ ਗਰੁੱਪ ਹੈ ਵੀ ਹੋ ਰਿਹਾ ਜੀ? ਅਸੀਂ ਅੱਜ ਤੱਕ ਕਦੀ ਰਿਐਲਿਟੀ ਇਹ ਆ, ਮੈਂ ਤੇ ਨਵਜੋਤ ਸਿੰਘ ਸਿੱਧੂ ਨੇ ਕਦੀ ਗਰੁੱਪ ਨਹੀਂ ਬਣਾਇਆ। ਅੱਜ ਤੱਕ ਨਵਜੋਤ ਸਿੱਧੂ ਦੀ ਵੀ 14-16 ਸਾਲ ਦੀ ਰਾਜਨੀਤੀ ਆ, ਉਹਦੇ ਨਾਲ ਕਦੀ ਕੋਈ ਗਰੁੱਪ ਬਣਿਆ। ਜਦੋਂ ਅਸੀਂ ਇੱਕ ਟੀਮ 'ਚ ਆ ਗਏ, ਅਸੀਂ ਕਾਂਗਰਸ ਦੀ ਟੀਮ 'ਚ ਆ ਗਏ, ਤੇ ਇਹ ਕਾਹਦਾ ਗਰੁੱਪ ਹੋਇਆ? ਉਹਦੇ ਵਿੱਚ ਅਸੀਂ, ਮੈਂ ਤਾਂ ਇੱਥੋਂ ਤੱਕ ਵੀ ਆ, ਮੈਂ ਕਦੀ ਇਦਾਂ ਦੀ ਗੱਲ ਹੀ ਨਹੀਂ ਕਰਦਾ। ਮੈਂ ਪਹਿਲਾਂ ਅੰਦਰ ਬਹਿ ਕੇ ਗੱਲ ਕਰਦਾ, ਫਿਰ ਜੇ ਕੋਈ ਨਹੀਂ ਸੁਣਦਾ ਤਾਂ ਫਿਰ ਮੈਂ ਲਿਖ ਕੇ ਕਰਦਾ, ਫਿਰ ਜੇ ਲਿਖ ਕੇ ਵੀ ਨਹੀਂ ਸੁਣਦਾ ਫਿਰ ਮੈਂ ਬੇਨਤੀ ਕਰਦਾ ਵੀ ਨਾ ਆਪਾਂ ਪੰਜਾਬ ਦਾ ਨੁਕਸਾਨ ਨਾ ਕਰੀਏ। ਜੇ ਆਹ ਚੀਜ਼ਾਂ ਕਰਨ ਵਾਲੀਆਂ ਹੈਗੀਆਂ ਇਹਨੂੰ ਕਰ ਲਈਏ, ਤੇ ਜੇ ਉਹਦੇ ਬਾਵਜੂਦ ਵੀ ਤੇ ਫਿਰ ਕਿਤੇ ਜਾ ਕੇ ਮੈਂ ਮੀਟਿੰਗ 'ਚ ਇਹ ਗੱਲ ਕਹਿਣਾ ਵੀ ਆਹ ਇਸ਼ੂਜ਼ ਹੈਗੇ ਆ ਐਂਡ ਥੀਸ ਆਰ ਦਾ ਪੁਆਇੰਟਸ, ਕਿਉਂਕਿ ਹੋ ਸਕਦਾ ਬਹੁਤੇ ਐਮਐਲਏਆਂ ਨੂੰ ਇਸ ਸਿਸਟਮ ਦੀ ਨਾ ਸਮਝ ਆਉਂਦੀ ਹੋਵੇ, ਲੇਕਿਨ ਸਮਝ ਇਸ ਗੱਲ ਦੀ ਤਾਂ ਆਉਂਦੀ ਆ ਨਾ ਵੀ ਅਸੀਂ ਜਾ ਕਿੱਧਰ ਨੂੰ ਰਹੇ ਆ। ਤੇ ਜੇ ਉਹਨੂੰ ਵੀ ਟਾਰਗੇਟ ਕੀਤਾ ਜਾਂਦਾ ਤਾਂ ਫਿਰ ਤਾਂ ਵੈਲਕਮ ਹੈ, ਜੋ ਮਰਜ਼ੀ ਕਰਨਾ ਇਹਨੇ ਕਰ ਲੈਣ। ਨਹੀਂ, ਹਾਈ ਕਮਾਂਡ ਨੂੰ ਤਾਂ ਮੈਨੂੰ ਲੱਗਦਾ ਗੱਲ ਪਤਾ ਲੱਗ ਹੀ ਗਈ ਹੋਣੀ ਆ ਜਾਂ ਲੱਗ ਜਾਊਗੀ। ਪ੍ਰਗਟ ਜੀ, ਸਤੀਸ਼ ਸੰਧੂ ਨੇ ਕੀ ਮਤਲਬ ਧਮਕੀ ਭਰੇ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਕਿ ਮਤਲਬ ਉਹਨਾਂ ਦਾ ਇੱਕ ਅਪੀਲਿੰਗ ਰਵੱਈਆ ਸੀਗਾ ਕਿ ਉਹਨਾਂ ਨੇ ਅਪੀਲ ਕੀਤੀ ਹੋਵੇ ਤੁਹਾਨੂੰ? ਨਹੀਂ, ਮੈਨੂੰ ਕਹਿੰਦੇ ਗੱਲ ਬੜੀ ਕਲੀਅਰ ਹੈ। ਮੈਂ ਕਿਹਾ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਹ ਫੀਲ ਕੀਤਾ ਵੀ ਯਾਰ ਇਹ ਗੱਲ ਵੀ ਹੋ ਸਕਦੀ ਹੈ। ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਹੀ ਸੈਡ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਪ੍ਰਗਟ ਜੀ, ਕੀ ਲੱਗਦਾ ਜਿਸ ਤਰੀਕੇ ਨਾਲ ਜੋ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ, ਇਹ ਵੀ ਕਿਹਾ ਜਾ ਰਿਹਾ ਕਿ ਪ੍ਰਗਟ ਸਿੰਘ ਹੁਣੀ ਹੀ ਸਾਰੀਆਂ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਕਰਵਾ ਰਹੇ ਨੇ, ਇਕੱਠੇ ਸਭ ਨੂੰ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਦੇ ਨਾਲ ਬਣਾ ਰਹੇ ਨੇ? ਮੇਰਾ ਕੋਈ ਧੜਾ ਨਹੀਂ ਹੈ,
ਮੈਂ ਕਦੀ ਧੜਾ ਨਹੀਂ ਬਣਾਇਆ। ਮੈਂ ਤਾਂ ਇਹ ਪੋਲਿਟਿਕਸ ਮੈਂ ਤਾਂ ਟੀਮ ਬਣਾਈ ਹਮੇਸ਼ਾ। ਜੇ 10 ਸਾਲ ਹਿੰਦੁਸਤਾਨ ਦੀ ਕਪਤਾਨੀ ਕੀਤੀ ਆ ਤੇ ਉਹਦੇ ਵਿੱਚ ਹਰ ਬੰਦੇ ਦਾ ਰੋਲ ਹੁੰਦਾ। ਕਪਤਾਨ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹਦੇ ਕੋਲ ਜਿਹੜੀ ਕਪੈਸਿਟੀ ਹੈਗੀ ਆ ਉਹਨੂੰ ਰੋਲ ਦੇ ਕੇ ਉਹਦੇ ਕੋਲੋਂ ਕੰਮ ਕਰਾਵੇ। ਤੇ ਜੇ ਇਹੀ ਕਹਿ ਦੇਣਾ ਵੀ ਇਹ ਧੜਾ ਕ੍ਰੀਏਟ ਕਰਦੇ ਆ, ਕਿਹੜਾ ਧੜਾ ਕ੍ਰੀਏਟ ਕਰਦੇ ਆ? ਜੇ ਅਸੀਂ ਮਿਲ ਲਿਆ, 4 ਮਿਨਿਸਟਰ ਮਿਲ ਗਏ, ਜੇ ਕੋਈ ਐਮਐਲਏ ਬਹਿ ਕੇ ਮਿਲ ਗਿਆ, ਅਸੀਂ ਤਾਂ ਰੋਜ਼ ਮਿਲਦਾ, ਮੈਂ ਤਾਂ ਸਾਰਿਆਂ ਨੂੰ ਮਿਲਦਾ, ਮੈਂ ਤਾਂ ਕੱਲ ਵੀ ਪਰਸੋਂ ਵੀ ਮਿਲਿਆ, ਮੈਂ ਕਦੋਂ ਕਹਿੰਦਾ ਨਹੀਂ ਮਿਲਿਆ। ਤੇ ਜੇ ਇਹ ਕੋਈ ਕ੍ਰਾਈਮ ਹੈ ਤਾਂ ਫਿਰ ਉਸ ਕ੍ਰਾਈਮ ਦੇ ਵਿੱਚ ਮੈਂ ਉਸ ਗੱਲ ਨੂੰ ਐਕਸੈਪਟ ਕਰਨ ਨੂੰ ਤਿਆਰ ਹੈਗਾ। ਨਹੀਂ, ਵਿਜੀਲੈਂਸ ਤਾਂ ਬੇਸਿਕਲੀ ਵਰਤਿਆ ਜਾਂਦਾ। ਮੈਨੂੰ ਇਹ ਵੀ ਪਤਾ ਵੀ ਕਿੰਨੇ ਕੁ ਸਰਕਾਰੀ ਬੰਦੇ ਜਦੋਂ ਕਿਤੇ ਸਰਕਾਰਾਂ ਬਦਲਦੀਆਂ ਤਾਂ ਹੌਸਟਾਈਲ ਹੁੰਦੇ ਆ। ਜੇ ਵਿਜੀਲੈਂਸ ਨੇ ਕਰਨਾ ਸੀ ਤਾਂ ਆਹ 2 ਕੇਸ 4 ਸਵਾ 4 ਸਾਲ ਹੋ ਗਏ ਆ, ਹਜੇ ਤਾਈਂ ਲਟਕਦੇ ਰਹੇ ਆ। ਇਹਨਾਂ ਨੂੰ ਕੌਣ ਰੋਕਦਾ? ਜਦੋਂ ਇੱਕ ਵਾਰੀ ਐਵੀਡੈਂਸ ਆ ਜਾਂਦੀ ਆ, ਜਦੋਂ ਇੱਕ ਵਾਰੀ ਇਹ ਆ ਜਾਂਦਾ ਵੀ ਹਾਂ ਬਈ ਇਰੀਗੇਸ਼ਨ ਦਾ ਸਕੈਮ ਆਪਾਂ ਨੂੰ ਸਭ ਨੂੰ ਪਤਾ ਨਾ, ਉਹ ਕਦੀ ਸੱਜੇ ਨੂੰ ਤੋੜ ਦੇਣਾ, ਕਦੀ ਖੱਬੇ ਨੂੰ ਤੋੜ ਦੇਣਾ। ਮੈਂ ਤਾਂ ਸੱਚੀ ਗੱਲ ਆ, ਮੈਂ ਜੇ ਨੌਕਰੀ ਕੀਤੀ ਆ ਨਾ, ਬਦਕਿਸਮਤੀ ਇਹ ਆ ਕਿ ਇਹ ਲੋਕੀ ਜਿਹੜੇ ਪੜ੍ਹੇ ਲਿਖੇ ਵੀ ਆ, ਮੈਂ ਨਹੀਂ ਕਹਿੰਦਾ ਬਿਊਰੋਕਰੈਟ ਚ ਇਮਾਨਦਾਰ ਨਹੀਂ ਹੈਗੇ ਆ, ਲੇਕਿਨ ਉਹਨਾਂ ਨੂੰ ਇਹੋ ਜਿਹਾ ਸਿਸਟਮ ਚ ਲਿਜਾ ਕੇ ਇਹੋ ਜਿਹਾ ਖੱਚ ਕੀਤਾ ਜਾਂਦਾ ਵੀ ਤਾਂ ਕਿ ਉਸ ਆਰਗੇਨਾਈਜੇਸ਼ਨ ਨੂੰ ਖਰਾਬ ਕਰ ਦਿਓ, ਖਿਲਾਰ ਦਿਓ, ਉਸ ਸਿਸਟਮ ਨੂੰ ਖਿਲਾਰ ਦਿਓ। ਉਹ ਖੜੀਏ ਯਾਰ, ਕਿੰਨੇ ਪੈਸੇ ਚਾਹੀਦੇ ਆ? ਪੈਸੇ ਬਹੁਤੇ ਨਹੀਂ ਚਾਹੀਦੇ ਜ਼ਿੰਦਗੀ ਦੇ ਵਿੱਚ। ਪ੍ਰਗਟ ਸਿੰਘ ਜੀ, ਹੁਣ ਤੱਕ ਤੁਹਾਨੂੰ ਕੌਣ ਮਿਲਣ ਆ ਚੁੱਕਿਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਕੀ ਕੁਝ ਧਮਕੀਆਂ ਹੁਣ ਤੱਕ ਦਿੱਤੀਆਂ ਗਈਆਂ? ਨਹੀਂ, ਮਿਲਦੇ ਤਾਂ ਅਸੀਂ ਰੋਜ਼ ਹੀ ਆ, ਇਹ ਤਾਂ ਕੋਈ ਰੌਲਾ ਹੀ ਨਹੀਂ ਹੈ ਵੀ ਅਸੀਂ ਕੋਈ ਮਿਲਦੇ ਨਹੀਂ ਹੈ। ਪਰ ਧਮਕੀਆਂ ਮੈਨੂੰ ਜ਼ਰੂਰ ਵੀਰਵਾਰ ਨੂੰ ਇਹ ਫੋਨ ਕਰਕੇ, ਔਰ ਮੈਂ 2-3 ਦਿਨ ਰਿਐਲਿਟੀ 'ਚ ਇਹ ਆ ਕਿ ਮੈਂ 2-3 ਦਿਨ ਬੜਾ ਅਪਸੈਟ ਰਿਹਾ। ਮੈਂ ਮਹਿਸੂਸ ਕੀਤਾ ਕਿ ਜੇ ਕੋਈ ਕਿਸੇ ਕਿਸਮ ਦਾ ਬੇਅਦਬੀਆਂ ਦਾ, ਜੇ ਕੋਈ ਕਿਸੇ ਕਿਸਮ ਦਾ ਸਿਸਟਮ ਦੀ ਗੱਲ ਕਰਦਾ, ਤੇ ਜੇ ਉਹਦੇ ਨਾਲ ਡੀਲ ਇਦਾਂ ਦਾ ਤੁਸੀਂ ਕਰਦੇ ਆ ਤਾਂ ਫਿਰ ਸਾਡੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਆਉਣਾ। ਔਰ ਮੈਂ ਕਿਉਂਕਿ ਕਦੀ ਇਹਨਾਂ ਚੀਜ਼ਾਂ ਤੋਂ ਡਰਿਆ ਹੀ ਨਹੀਂ, ਕਿਉਂਕਿ ਡੈਸਟਨੀ ਜਿਹੜੀ ਆ ਨਾ, ਉਹ ਹਰ ਬੰਦੇ ਦੀ ਲਿਖ ਕੇ ਆਉਂਦੀ ਆ ਤੇ ਡੈਸਟਨੀ ਨੂੰ ਬੰਦਾ ਚੇਂਜ ਨਹੀਂ ਕਰ ਸਕਦਾ। ਇਹ ਇਹਨਾਂ ਨੂੰ ਗਲਤਫਹਿਮੀ ਆ ਕਿਸੇ ਨੂੰ, ਵੀ ਸ਼ਾਇਦ ਕਈ ਵਾਰੀ ਕਈਆਂ ਬੰਦਿਆਂ ਨੂੰ ਗਲਤਫਹਿਮੀ ਹੋ ਜਾਂਦੀ ਆ ਵੀ ਖਰੇ ਮੇਰੇ ਤੋਂ ਬਿਨਾਂ ਸੂਰਜ ਨਹੀਂ ਚੜ੍ਹਨਾ। ਇਹ ਨਹੀਂ ਹੁੰਦਾ, ਇਹ ਕਦੀ ਨਹੀਂ ਹੁੰਦਾ। ਇਹਨਾਂ ਨੂੰ ਵੀ ਭੁਲੇਖਾ ਕੱਢ ਲੈਣਾ ਚਾਹੀਦਾ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ, ਜਦੋਂ ਜਾਗੋ ਉਦੋਂ ਸਵੇਰਾ। ਅੱਜ ਸੋਚ ਲਈਏ, ਅੱਜ ਠੀਕ ਪਾਸੇ ਨੂੰ ਤੁਰ ਪਈਏ ਤੇ ਠੀਕ ਹੋ ਜਾਊਗਾ, ਕੀ ਪ੍ਰੋਬਲਮ ਹੈ? ਲੇਕਿਨ ਜਦੋਂ ਤੁਸੀਂ ਉਹਦੇ ਵਿੱਚ ਇੰਨੇ ਕੁ ਖੁੱਭ ਜਾਂਦੇ ਆ, ਇੰਨੇ ਕੁ ਉਹਦੇ ਵਿੱਚ ਮਾੜੀਆਂ ਚੀਜ਼ਾਂ ਕਰ ਬੈਠੇ ਆ, ਉਹਨੂੰ ਜਦੋਂ ਕਵਰ ਅਪ ਕਰਨ ਲੱਗ ਪੈਂਦੇ ਆ ਤਾਂ ਫਿਰ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਆ। ਇਹ ਪੰਜਾਬ ਦੀ ਪੋਲਿਟਿਕਸ ਦੀ ਬਦਕਿਸਮਤੀ ਆ। ਜਦੋਂ ਤੋਂ ਇਹ ਸ਼ੁਰੂ ਹੋਈ ਆ, ਮੇਰਾ ਖਿਆਲ 78 ਤੋਂ ਵਿਜੀਲੈਂਸ ਸ਼ੁਰੂ ਹੋਈ ਆ, ਇਹ ਸਵਾਏ ਵੈਂਡੇਟੇ ਤੋਂ ਆ ਕਰ ਲੈਣ ਤਾਂ ਜਿਹੜਾ ਵਿਜੀਲੈਂਸ ਦਾ ਇਰੀਗੇਸ਼ਨ ਦਾ ਇਸ਼ੂ ਆ ਕਰ ਲੈਣ ਤਾਂ ਜਿਹੜਾ ਭਲਵਾਨ ਐਕਸੀਅਨ ਤੇ ਇਹਨਾਂ ਨੇ 1200 ਕਰੋੜ ਦਾ ਕੀਤਾ, ਉਹਦੇ ਚ ਕੀ ਹੋਇਆ? ਕਿੱਥੇ ਗਿਆ? ਐਗਜ਼ੈਕਟ ਵਰਡ ਇਹ ਸੀ ਵੀ ਤੇਰੇ ਕਾਗਜ਼ ਅਸੀਂ ਇਕੱਠੇ ਕਰ ਲਿਆ ਤੇ ਤੈਨੂੰ ਹੁਣ ਠੋਕਣਾ ਤਿਆਰ ਹੋ ਜਾ। ਤੇ ਮੈਂ ਕਿਹਾ ਤੁਸੀਂ ਜਦੋਂ ਮਰਜ਼ੀ ਆ ਜਿਓ। ਮੈਂ ਪੰਜਾਬੀ ਚ ਜੋ ਕਹਿਣਾ ਸੀ ਕਹਿ ਦਿੱਤਾ। ਮੈਂ ਕਿਹਾ ਮੇਰਾ ਸੁਨੇਹਾ ਵੀ ਦੇ ਦਿਓ। ਤੁਸੀਂ ਭਰਤਿੰਦਰ ਚਾਹਲ ਦਾ ਵੀ ਜ਼ਿਕਰ ਕੀਤਾ, ਉਹਨਾਂ ਦਾ ਕੀ ਰੂਲ? ਭਰਤਿੰਦਰ ਚਾਹਲ ਤਾਂ ਬੇਸਿਕਲੀ ਡੀ ਫੈਕਟੋ ਹੀ ਇਜ਼ ਏ ਡਾਇਰੈਕਟਰ ਵਿਜੀਲੈਂਸ। ਵੀਕੇ ਉੱਪਰ ਨਹੀਂ ਹੈਗਾ ਜੀ ਡੀ ਫੈਕਟੋ। ਅਗਰ ਜੀ ਤੁਹਾਨੂੰ ਕੀ ਲੱਗਦਾ ਕਿ ਸਾਰਾ ਕੁਝ ਜਿੱਦਾਂ ਹੁਣ ਨਵਜੋਤ ਸਿੰਘ ਸਿੱਧੂ ਦਾ ਵਿਜੀਲੈਂਸ ਆ ਰਿਹਾ ਹੈ, ਤੁਹਾਨੂੰ ਫੋਨ ਆ ਰਹੇ ਹੈ, ਕੈਪਟਨ ਅਮਰਿੰਦਰ ਸਿੰਘ ਪੋਲੀਟੀਕਲੀ ਆਪਣੇ ਨੂੰ ਵੀਕ ਮਹਿਸੂਸ ਕਰ ਰਹੇ ਆ ਹੁਣ ਵਿਜੀਲੈਂਸ ਦਾ ਸਾਰਾ ਕੁਝ ਹੋ ਰਿਹਾ? ਦੇਖੋ, ਮੈਨੂੰ ਤਾਂ ਐਂ ਲੱਗਦਾ ਵੀ ਕਈ ਵਾਰੀ ਨਾ ਬੰਦੇ ਨੂੰ ਘਬਰਾਹਟ ਮਹਿਸੂਸ ਹੋਣ ਲੱਗ ਪੈਂਦੀ ਆ, ਕਿਉਂਕਿ ਸਾਡੇ ਸਪੋਰਟਸ ਦੇ ਵਿੱਚ ਨਾ ਜਦੋਂ 10-12 ਮਿੰਟ ਰਹਿੰਦੇ ਆ, ਫਿਰ ਜਿਹੜੀ ਟੀਮ ਕਿਤੇ ਬਹੁਤੀ ਤਰ੍ਹਾਂ ਹਾਰਦੀ ਹੁੰਦੀ ਆ ਨਾ, ਤਾਂ ਫਿਰ ਘਬਰਾਹਟ 'ਚ ਇਹੋ ਜਿਹੀਆਂ ਗਲਤੀਆਂ ਕਰਦੀ ਜਿਹੜੀ ਨਾਰਮਲ ਸਰਕਮਸਟੈਂਸਸ 'ਚ ਨਹੀਂ ਕਰਦੀ। ਮੈਨੂੰ ਤਾਂ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਗੱਲ ਕਰਦਾ।
ਤੇ ਉਹ ਘਬਰਾਹਟ ਜਿਹੜੀ ਆ ਉਹ ਮੈਨੂੰ ਦਿਸਣ ਡਈ ਲੱਗਦੀ ਇਹਨਾਂ ਦੇ ਵਿੱਚ। ਹੋਰ ਤਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਇਦਾਂ ਦੀ ਲੈਂਗੁਏਜ ਮੈਨੂੰ ਫੇਰ ਵੀ ਨਹੀਂ ਸੀ ਲੱਗਦਾ। ਮੈਂ 2-3 ਵਾਰੀ ਇਸੇ ਕਰਕੇ ਪੁੱਛਿਆ ਵੀ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਆਇਆ। ਅੱਛਾ ਹੁਣ ਇਹ ਜਿਹੜੇ ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਦੋਨੇ ਵਿਜੀਲੈਂਸ ਕੋਲ ਆਪ ਹੀ ਪੇਸ਼ ਹੋਣ, ਆਜੋ ਫੜ ਲਓ ਸਾਡੇ ਕੋਲ। ਨਹੀਂ ਤਾਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਲੈਣ, ਰੌਲੇ ਵਾਲੀ ਕੀ ਗੱਲ ਹੈਗੀ ਆ? ਜਦੋਂ ਮਰਜ਼ੀ ਕਹਿ ਦੇਣ, ਹੁਣੇ ਕਹਿ ਦੇਣ, ਹੁਣੇ ਹੀ ਚਲੇ ਜਾਣਾ। ਇਹ ਡਰਾਵਾ ਹੈ। ਨਹੀਂ, ਇਹ ਤਾਂ ਬੇਸਿਕਲੀ ਬਾਹ ਮਰੋੜ ਦੇ ਬੰਦੇ ਦੀ, ਤੇ ਮਰੋੜ ਲੈਣ। ਪ੍ਰਗਟ ਸਿੰਘ ਦੀ ਇਦਾਂ ਆਵਾਜ਼ ਬੁਲੰਦ ਰਹੇਗੀ। ਪ੍ਰਗਟ ਸਿੰਘ ਦੇਖੋ ਬਹੁਤ ਘੱਟ ਬੋਲਦਾ। ਮੈਂ ਮੇਰਾ ਖਿਆਲ ਆ ਵੀ ਆ ਜਿੰਨੇ ਪੱਤਰਕਾਰ ਦੋਸਤ ਆਉਂਦੇ ਆ, ਮੈਂ ਕਦੀ ਵੀ ਕੋਈ ਸਟੇਟਮੈਂਟ ਕਦੀ ਵੀ ਦਿੱਤੀ ਹੋਵੇ, ਮੈਂ ਕਦੀ ਕਿਤੇ 2-4 ਮਹੀਨੇ ਯਾਰ ਮੈਂ ਕਹਿੰਦਾ ਕੰਮ ਕਰੀਏ। ਸਾਰਿਆਂ ਨਾਲ ਮੇਰਾ ਤੁਹਾਡੇ ਨਾਲ ਚੰਗਾ ਸਹਿਚਾਰ ਹੈਗਾ। ਆਪਾਂ ਕਈ ਵਾਰੀ ਚਾਹ ਵੀ ਬੈਠ ਕੇ, ਤੁਸੀਂ ਕਈ ਵਾਰੀ ਮੈਨੂੰ ਹੁੱਜਾਂ ਜੀਆਂ ਵੀ ਮਾਰਦੇ ਹੁੰਦੇ ਵੀ ਭਾਜੀ ਕੁਝ ਬੋਲੋ, ਮੈਂ ਕਿਹਾ ਯਾਰ ਨਹੀਂ, ਕੁਝ ਬੋਲਣ ਵਾਲੀ ਗੱਲ ਹੈ ਨਹੀਂ ਗੀ। ਲੇਕਿਨ ਜੇ ਇਦਾਂ ਦੀ ਗੱਲ ਹੈਗੀ ਆ ਤਾਂ ਫਿਰ ਕਿਉਂਕਿ ਸ਼ਾਂਤ ਮਨ ਹੈਗਾ, ਕਿਉਂਕਿ ਕੋਈ ਇਸ਼ੂ ਨਹੀਂ ਹੈਗਾ। ਜਿੱਥੋਂ ਕਿ ਮੈਂ ਤੁਰਿਆ ਤੇ ਜਿੱਥੇ ਤੱਕ ਪਹੁੰਚਾਂ, ਜੇ ਇਹ ਡੈਸਟਨੀ ਨਾ ਹੁੰਦੀ ਤਾਂ ਮੇਰੇ ਵਰਗਾ ਬੰਦਾ ਪਹੁੰਚ ਨਹੀਂ ਸੀ ਸਕਦਾ, ਨਹੀਂ ਪਹੁੰਚ ਸਕਦਾ ਸੀ। ਰਿਐਲਿਟੀ ਇਹ ਆ ਕਿ ਜੇ ਇਸ ਲੈਵਲ ਤੋਂ ਤੁਰੇ ਆ ਤੇ ਜਦੋਂ ਡੈਸਟਨੀ ਦੀ ਗੱਲ ਹੈਗੀ ਆ ਤਾਂ ਫਿਰ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ। ਅੱਜ ਤੱਕ ਮੈਂ ਬੰਦੇ ਦੀ ਬਹੁਤੀ, ਮੈਨੂੰ ਕਈ ਵਾਰੀ ਕਈਆਂ ਨੇ ਕਿਹਾ ਤੇਰੀ ਏਸੀਆਰ ਖਰਾਬ ਹੋ ਜਾਵੇ, ਮੈਂ ਕਿਹਾ ਉੱਪਰ ਵਾਲਾ ਨਾ ਏਸੀਆਰ ਖਰਾਬ ਕਰੇ, ਬੰਦੇ ਦੀ ਏਸੀਆਰ ਖਰਾਬ ਕੀਤੀ ਨੂੰ ਮੈਂ ਮੰਨਦਾ ਹੀ ਨਹੀਂ ਹੈ। ਰਹੋਗੇ ਕਾਂਗਰਸ 'ਚ ਜੀ ਜਿਸ ਤਰ੍ਹਾਂ ਕੋਸ਼ਿਸ਼ ਹੋ ਰਹੀਆਂ ਤੁਹਾਨੂੰ? ਮੈਂ ਅੱਜ ਤੱਕ ਜਗਤਾਰ ਜੀ ਕਦੀ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਮਾੜਾ ਨਹੀਂ ਕਿਹਾ। ਮੈਂ ਅਕਾਲੀ ਦਲ 'ਚ ਸੀਗਾ, ਮੈਂ ਕਾਂਗਰਸ 'ਚ ਹੈਗਾ। ਪੋਲੀਟੀਕਲ ਪਾਰਟੀਆਂ ਤਾਂ ਸਿਸਟਮ ਨੂੰ ਚਲਾਉਣ ਲਈ ਬਣੀਆਂ ਸੀ, ਉਹਦੇ ਵਿੱਚ ਚਲਾਉਣ ਵਾਲੇ ਬੰਦੇ ਮਾੜੇ ਚੰਗੇ ਆ। ਉਹਦਾ ਚਿਹਰਾ ਮੋਹਰਾ ਬਦਲ ਗਿਆ, ਉਹਦਾ ਚਿਹਰਾ ਮੋਹਰਾ ਇਦਾਂ ਦਾ ਹੋ ਗਿਆ ਵੀ ਉਹਨੂੰ ਫਾਈਨੈਂਸ਼ੀਅਲ ਐਂਗਲ ਜਿਹੜੇ ਬਹੁਤੇ ਦਿੱਤੇ ਜਾਣ ਲੱਗ ਪਏ, ਕਿਉਂਕਿ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਾਣ ਦੀ ਬਜਾਏ ਤੇ ਜਦੋਂ ਲੋਕਾਂ ਦੀਆਂ ਜੇ 100 ਅਕਾਲੀ ਦਲ ਦਾ ਬੰਦਾ ਅਮੀਰ ਹੋ ਗਿਆ, 100 ਕਾਂਗਰਸ ਦਾ ਬੰਦਾ ਅਮੀਰ ਹੋ ਗਿਆ, ਪੰਜਾਬ ਦਾ ਕੀ ਕਰਾਂਗੇ? ਜਿਹੜਾ ਸਾਡਾ ਯੂਥ ਜਾਈ ਜਾਣ ਡਿਆ ਉਹਦਾ ਕੀ ਕਰਾਂਗੇ? ਜਿਹੜਾ ਮੁੜਦਾ ਹੀ ਨਹੀਂ ਹੈ ਕਦੀ ਉਹਦਾ ਕੀ ਕਰਾਂਗੇ? ਜਿਹੜੇ ਬਜ਼ੁਰਗ ਕੱਲੇ ਦੇ ਕੱਲੇ ਰਹਿ ਗਏ ਉਹਨਾਂ ਦਾ ਕੀ ਕਰਾਂਗੇ? ਕਿਉਂਕਿ ਲੜਾਈਆਂ ਤਾਂ ਡਿਫਰੈਂਟ ਤਰੀਕੇ ਦੀਆਂ। ਸਾਡੀਆਂ ਐਜੂਕੇਸ਼ਨ ਸਿਸਟਮ, ਸਾਡਾ ਹੈਲਥ ਸਿਸਟਮ ਕਲੈਪਸ ਕਰ ਗਿਆ, ਸਾਡਾ ਐਗਰੀਕਲਚਰ ਡਾਇਵਰਸਿਫਿਕੇਸ਼ਨ ਦੀ ਬਹੁਤ ਵੱਡੀ ਰਿਕੁਆਇਰਮੈਂਟ ਹੈ। ਕਿਉਂਕਿ ਵਿਜ਼ੂਅਲਾਈਜ਼ ਤਾਂ ਕਰਕੇ ਦੇਖੋ ਵੀ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ। ਬਹੁਤ ਟੈਕਨੋਕਰੈਟਸ ਦੀ ਜ਼ਰੂਰਤ ਹੈ, ਕਿਉਂਕਿ ਬਿਊਰੋਕਰੈਟ ਨੇ ਤੇ ਪੋਲੀਟੀਸ਼ੀਅਨ ਨੇ ਟੈਕਨੋਕਰੈਟ ਨੂੰ, ਤੁਹਾਡੇ ਚੋਂ ਬਹੁਤ ਬੰਦਿਆਂ ਦਾ 20, 25, 30 ਸਾਲ ਦਾ ਤਜਰਬਾ ਹੋਊਗਾ ਤੇ ਹਰ ਫੀਲਡ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਆ ਤੇ ਉਹਨਾਂ ਦੀ ਸਲਾਹ ਲੈ ਕੇ ਗਾਂ ਤੁਰ ਪਓ। ਮੈਨੂੰ ਪ੍ਰੋਬਲਮ ਕੀ ਆ? ਜੇ ਮੈਨੂੰ ਨਹੀਂ ਆਉਂਦਾ ਤਾਂ ਮੈਨੂੰ ਪੁੱਛਣ 'ਚ ਕਿਸੇ ਨੂੰ ਕੀ ਹਰਜ ਹੈ? ਐਕਚੁਅਲੀ ਵਿਜ਼ੂਅਲਾਈਜ਼ ਤਾਂ ਪੰਜਾਬ ਨੂੰ ਕਰਨ ਦੀ ਜ਼ਰੂਰਤ ਹੈਗੀ ਆ ਕਿ ਪੰਜਾਬ ਦੇ ਵਿੱਚ ਹੋਣਾ ਕੀ ਚਾਹੀਦਾ ਔਰ ਪੰਜਾਬ ਦਾ ਕਿਰਦਾਰ ਜਿਹੜਾ। ਮੈਂ ਤਾਂ ਹੁਣ ਇਸ ਗੱਲ ਲਈ ਵੀ ਬੜਾ ਕਲੀਅਰ ਹਾਂ ਕਿ ਪੜ੍ਹਿਆ ਲਿਖਿਆ ਤੇ ਸਿਆਣਾ ਇੱਕ ਚੀਜ਼ ਹੁੰਦੀ ਆ, ਕਿ ਪੜ੍ਹਿਆ ਲਿਖਿਆ ਸਿਆਣਾ ਦੋ ਚੀਜ਼ਾਂ ਹੁੰਦੀਆਂ। ਮੈਂ ਤਾਂ ਕਈ ਪੁਰਾਣੇ ਬਜ਼ੁਰਗ ਦੇਖਦਾ, ਉਹਨਾਂ ਨੇ ਸਮਾਜ ਨੂੰ ਸਾਂਭ ਕੇ ਰੱਖਿਆ ਸੀ, ਤੇ ਕਈ ਹੁਣ ਮੈਂ ਪੜ੍ਹੇ ਲਿਖੇ ਦੇਖਦਾ ਜਿਹੜਾ ਫਾਈਲਾਂ ਦੇ ਵਿੱਚ ਕਮਾ ਕੇ ਪੰਜਾਬ ਦਾ, ਹਿੰਦੁਸਤਾਨ ਦਾ ਇਹੋ ਜਿਹਾ ਸੱਤਿਆਨਾਸ਼ ਮਾਰਿਆ ਇਹਨਾਂ ਲੋਕਾਂ ਨੇ, ਤੇ ਜਿਹਦੀ ਭਰਪਾਈ ਜਿਹੜੀ ਆਉਣ ਵਾਲੇ ਸਮੇਂ 'ਚ, ਕਿਉਂਕਿ ਸਾਡੇ ਤੇ ਪਾਪੂਲੇਸ਼ਨ ਦਾ ਵੀ ਪ੍ਰੈਸ਼ਰ ਹੈ, ਸਾਡੇ ਤੇ ਹੋਰ ਚੀਜ਼ਾਂ ਦੇ ਬੜੇ ਪ੍ਰੈਸ਼ਰ ਹੈ। ਅੱਜ ਦੁਨੀਆ ਦੇ ਉੱਤੇ ਸਭ ਮੁਲਕਾਂ ਨੇ ਸਾਡੀਆਂ ਫਲਾਈਟਾਂ ਬੰਦ ਕਰਤੀਆਂ ਵੀ ਹਿੰਦੁਸਤਾਨ ਤੋਂ ਅਸੀਂ ਫਲਾਈਟ ਨਹੀਂ ਲੈਣੀ। ਹਿੰਦੁਸਤਾਨ ਦਾ ਜਿਹੜਾ ਕੋਈ ਵੀ ਨਾਗਰਿਕ ਆ ਸਾਡੇ ਕੰਟਰੀ 'ਚ, ਇਹ ਸਾਡਾ ਰੈਪੂਟੇਸ਼ਨ ਹੈ, ਇਹਨੂੰ ਐਕਸੈਪਟ ਕਰੋ ਯਾਰ, ਐਕਸੈਪਟ ਕਰਕੇ ਅੱਗੇ ਤੁਰੋ ਜੇ ਇਹਨੂੰ ਬੈਟਰ ਕਰਨਾ ਹੈਗਾ। ਜੇ ਨਹੀਂ ਕਰਨਾ ਤਾਂ ਫਿਰ ਤਾਂ ਇਹ ਤੁਸੀਂ ਗੋਲੀਆਂ ਦਈ ਜਾਂਦੇ ਆ, ਇੱਧਰ ਦੀਆਂ ਬਾਲਾਂ ਇੱਧਰ ਨੂੰ ਪਾਈ ਜਾਂਦੇ ਆ। ਮੈਂ ਤਾਂ ਅਸਲੀ ਗੱਲ ਆ ਖੇਡਾਂ ਵਾਲੀ ਲੈਂਗੁਏਜ ਦੇ ਵਿੱਚ ਹੀ ਸਾਰੀ ਗੱਲ ਕਰ ਲੈਣਾ ਹੁੰਨਾ। ਤੁਸੀਂ ਆਪਣੇ ਪਾਰਟੀ ਕਲੀਗ ਦੇ ਵਿੱਚ ਨਾਲ ਵੀ ਇਹ ਗੱਲ ਸ਼ੇਅਰ ਕੀਤੀ ਹੈ ਕਿਸੇ ਨਾਲ ਤੇ ਕੀ ਉਹਨਾਂ ਨੇ ਨਹੀਂ, ਮੈਨੂੰ ਤਾਂ ਉਹਨਾਂ ਤੋਂ ਕਈਆਂ ਤੋਂ ਫੋਨ ਆਏ ਵੀ ਤੁਹਾਡੇ ਨਾਲ ਆਹ ਗੱਲ ਹੋਈ ਆ। ਅੱਛਾ, ਮੈਂ ਤਾਂ ਅਸਲੀ ਗੱਲ ਆ, ਮੈਂ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਸੀ ਚਾਹੁੰਦਾ, ਸ਼ਰਮ ਕਰਕੇ ਨਹੀਂ ਦੱਸਣਾ ਚਾਹੁੰਦਾ ਸੀ ਵੀ ਯਾਰ ਮੈਨੂੰ ਵੀ ਇਹ ਗੱਲ ਆ। ਪਰ ਜਦੋਂ ਉਹਨਾਂ ਦੇ ਫੋਨ ਆਉਣ ਲੱਗ ਪਏ ਫਿਰ ਮੈਂ ਕਿਹਾ ਸੱਚੀ ਗੱਲ ਹੈ, ਹੋ ਸਕਦਾ ਮੈਂ ਤੁਹਾਡੇ ਨਾਲ ਵੀ ਨਾ ਸਾਂਝੀ ਕਰਦਾ। ਤੇ ਜਦੋਂ ਉਹਨਾਂ ਦੇ ਮੈਨੂੰ ਫੋਨ ਆਉਣ ਲੱਗ ਪਏ ਫਿਰ ਮੈਂ ਕਿਹਾ ਯਾਰ ਜਦੋਂ ਪਤਾ ਹੀ ਲੱਗ ਗਿਆ ਸਭ ਨੂੰ ਵੀ ਮੇਰੇ ਨਾਲ ਆਹ ਕੀਤਾ ਇਹਨਾਂ ਨੇ। ਪ੍ਰਗਟ ਸਿੰਘ ਤੁਸੀਂ ਕਿਹਾ ਮੈਨੂੰ ਪਤਾ ਉਹ ਕਿਹੜੇ ਲੋਕ ਆ ਤੇ ਕਿੱਥੇ ਮਿਲੇ, ਕੋਈ ਜ਼ਿਕਰ ਕਰਨਾ ਚਾਹੋਗੇ ਕਿਹੜੇ ਲੋਕ ਸੀ? ਆਉਣ ਵਾਲੇ ਸਮੇਂ 'ਚ ਟਾਈਮ ਤਾਂ ਦਿਓ।
ਮੈਂ ਤਾਂ ਪਿਛਲੀ ਪ੍ਰੈਸ ਕਾਨਫਰੰਸ ਇੱਕੋ ਹੀ ਗੱਲ ਕਹੀ ਸੀ ਨਾ ਵੀ ਆਪਾਂ 10-15 ਦਿਨਾਂ ਬਾਅਦ ਮਿਲਿਆ ਕਰਾਂਗੇ। ਅੱਛਾ, ਮੈਨੂੰ ਨਹੀਂ ਸੀ ਪਤਾ ਵੀ ਆਹ ਵਿੱਚ ਆ ਜਾਣਾ। ਨਹੀਂ, ਧੰਨਵਾਦ ਕਰਦੀ, ਅਸੀਂ ਵੀ ਧੰਨਵਾਦ ਕਰਦੇ ਉਹਨਾਂ ਦਾ। ਇਹਦੇ ਗੱਲ ਸੁਣੋ, ਕੀ ਵਜ੍ਹਾ ਹੈਗੀ ਕਿ ਪ੍ਰਗਟ ਸਿੰਘ ਹੋ ਗਏ, ਨਵਜੋਤ ਸਿੰਘ ਸਿੱਧੂ ਹੋ ਗਏ, ਚਰਨਜੀਤ ਚੰਨੀ, ਇਹ ਜ਼ਿਆਦਾ ਹਾਈ ਕਮਾਂਡ ਦੇ ਬੰਦੇ ਕਾਊਂਟ ਹੁੰਦੇ ਨੇ, ਉਹੀ ਬੰਦੇ ਟਾਰਗੇਟ ਹੋ ਰਹੇ ਨੇ? ਉਹਦੇ ਤੁਹਾਡੀ ਨਹੀਂ ਪਤਾ ਨਹੀਂ, ਮੈਂ ਤਾਂ ਯਾਰ ਦੇਖੋ ਹਾਈ ਕਮਾਂਡ ਨੂੰ ਬਹੁਤਾ ਸੱਚੀ ਗੱਲ ਹੈ, ਮੇਰਾ ਸਹਿਚਾਰ ਤਾਂ ਬਹੁਤਾ ਕਿਸੇ ਨਾਲ ਹੈ ਨਹੀਂਗਾ। ਮੈਂ ਤਾਂ ਜੇ ਆ ਗਿਆ ਤੇ ਜਿੰਨੀ ਕੁ ਮੇਰੀ ਕੌਨਸਟੀਚੁਐਂਸੀ ਤੋਂ ਇੱਥੇ ਤੇ ਇੱਥੋਂ ਕੌਨਸਟੀਚੁਐਂਸੀ ਤੇ, ਲੇਕਿਨ ਜਿਹੜੀ ਗੱਲ ਪੰਜਾਬ ਦੀ ਗੱਲ ਹੈਗੀ ਆ ਉਹ ਮੈਂ ਕਰਨੀ ਜ਼ਰੂਰ ਹੈ। ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ, ਜਾਂ ਤਾਂ ਮੈਨੂੰ ਕੋਈ ਕਨਵਿੰਸ ਕਰ ਦੇਵੇ ਤੇ ਜਾਂ ਫਿਰ ਮੇਰੇ ਕੋਲੋਂ ਕੋਈ ਕਨਵਿੰਸ ਹੋ ਜਾਵੇ, ਗੱਲ ਤਾਂ ਇੰਨੀ। ਪਰ ਸੁਨੀਲ ਜਾਖੜ ਨੇ ਵੀ ਕੋਈ ਇੰਟਰਵੀਨ ਕੀਤਾ ਜੀ? ਨਹੀਂ, ਮੈਂ ਤਾਂ ਜਿਹੜਾ ਇੱਕ ਦੋ ਬੰਦਿਆਂ ਨੂੰ ਦੱਸਣਾ ਮੇਰਾ ਫਰਜ਼ ਬਣਦਾ ਸੀ ਬੀਇੰਗ ਐਮਐਲਏ, ਮੈਂ ਕਨਵੇ ਕਰ ਦਿੱਤਾ। ਨਹੀਂ, ਪ੍ਰਧਾਨ ਸਾਹਿਬ ਨੂੰ ਵੀ ਕਨਵੇ ਕੀਤਾ ਇਹ ਗੱਲ। ਉਹਨਾਂ ਦਾ ਕੋਈ ਆਇਆ ਨਹੀਂ ਗੱਡੀ ਰੱਖੀ? ਨਹੀਂ, ਚਲੋ ਰਿਐਕਸ਼ਨ ਜ਼ਰੂਰੀ ਨਹੀਂ ਹੈ। ਮੇਰਾ ਸੱਚੀ ਗੱਲ ਆ, ਮੇਰਾ ਵੀ ਸਾਂਝ ਕਰਨ ਨੂੰ ਨਹੀਂ ਸੀ ਦਿਲ ਕਰਦਾ। ਮੈਂ ਕਿਹਾ ਯਾਰ ਵੀ ਕੀ ਕਹੂੰਗਾ ਵੀ ਮੈਂ 15 ਸਾਲ ਹਿੰਦੁਸਤਾਨ ਦੀ ਹਾਕੀ ਟੀਮ ਚ ਰਿਹਾ ਤੇ 10 ਸਾਲ ਕਪਤਾਨੀ ਕੀਤੀ ਆ, ਤੇ ਮੇਰੇ ਨਾਲ ਇਹ ਆ ਕਰਨ ਜਾ ਰਹੇ ਆ। ਜੇ ਇਹ ਇਦਾਂ ਹੀ ਹੁੰਦਾ ਆ ਤਾਂ ਫਿਰ ਕੋਈ ਗੱਲ ਨਹੀਂ, ਇਦਾਂ ਹੀ ਚੱਲਦੇ ਆ। ਮਤਲਬ ਭੱਜਦਿਆਂ ਨੂੰ ਵਾਹਣ ਹੁਣ ਇੱਕੋ ਜਿਹੇ ਹੋਣ? ਨਹੀਂ, ਭੱਜਦਿਆਂ ਨੂੰ ਵਾਹਣ ਤਾਂ ਇੱਕੋ ਜਿਹਾ ਹੀ ਹੈ, ਇਹ ਚ ਕੀ ਰੌਲੇ ਵਾਲੀ ਗੱਲ ਆ। ਬੇਅਦਬੀ ਦੇ ਕੇਸਾਂ ਦੀ ਜਾਂਚ ਦੀ ਮੰਗ ਤੁਹਾਡੇ ਵੱਲੋਂ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਲੰਮੇ ਸਮੇਂ ਤੋਂ ਕੀਤੀ ਗਈ। ਕੱਲ 6 ਗ੍ਰਿਫਤਾਰੀਆਂ ਹੋਈਆਂ, ਕਿਵੇਂ ਦੇਖਦੇ ਹੋ? ਲੱਗਦਾ ਜਾਂਚ ਪਾਸੇ ਜਾ ਰਹੀ ਹੈ? ਅਸੀਂ ਤਾਂ ਕਦੀ ਇਹ ਕਿਹਾ ਹੀ ਨਹੀਂ ਹੈ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਵੀ ਜਿਹੜੀ ਗੱਲ ਠੀਕ ਆ ਉਹਦੇ ਤੇ ਪਹਿਰਾ ਦੇ ਲਈਏ। ਕੌਣ ਰੋਕਦਾ ਆ ਨਾ? ਜੇ ਬੇਅਦਬੀਆਂ ਦੇ ਵਿੱਚ ਵੀ ਜੇ ਇਨਵੈਸਟੀਗੇਸ਼ਨ ਬਹੁਤੇ ਚੀਜ਼ਾਂ 'ਚ ਹੋ ਚੁੱਕੀ ਆ। ਨਿਹਾਲ ਸਿੰਘ ਨੇ ਐਫੀਡੇਵਿਟ ਦਿੱਤਾ ਸੀ 2008 ਦੇ ਵਿੱਚ, ਜਿਹੜਾ ਬਾਬੇ ਰਾਮ ਰਹੀਮ ਨੇ ਪੋਸ਼ਾਕ ਪਾਈ ਸੀ, ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਫॉर ਟ੍ਰਾਇਲਸ। ਉਹ ਕਿਹਨੇ ਕੈਂਸਲੇਸ਼ਨ ਕੀਤੀ? ਸਰਦਾਰ ਸੁਖਬੀਰ ਸਿੰਘ ਬਾਦਲ। ਕੱਲ ਦੀ ਖਰੇ ਸਟੇਟਮੈਂਟ ਆ। ਯਾਰ ਕਿਉਂ ਇਹਨਾਂ ਚੀਜ਼ਾਂ ਨੂੰ ਪੋਲੀਟੀਕਲਾਈਜ਼ ਕਰਦੇ ਆ? ਕਿਉਂ ਇਹਨਾਂ ਚੀਜ਼ਾਂ ਦੀ ਸੋਚ ਨਹੀਂ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸਮਾਜ ਨੂੰ, ਆਪਣੇ ਧਰਮ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ? ਭਾਈ ਪਤਾ ਤਾਂ ਲੱਗਾ ਤੁਹਾਡੇ ਤੋਂ ਵੀ ਸਰਕਾਰ ਦੇ ਬੜੇ ਡਾਕੂਮੈਂਟ ਆਏ, ਵੱਡੇ ਦੀ ਖੁਲਾਸੇ ਕਰੋਗੇ ਛੇਤੀ? ਨਹੀਂ, ਮਿਲਦੇ ਰਿਹਾ ਕਰਾਂਗੇ ਆਪਾਂ 5-4 ਦਿਨਾਂ ਬਾਅਦ, ਕੋਈ ਗੱਲ ਨਹੀਂ। ਆਪਾਂ ਚਾਹ ਚੂਹ ਦਾ ਕੱਪ ਪੀ ਲਿਆ ਕਰਾਂਗੇ ਤੇ ਆਪਾਂ ਮਿਲਿਆ ਕਰਾਂਗੇ ਜ਼ਰੂਰ। ਮੈਂ ਤਾਂ ਅਸਲੀ ਗੱਲ ਹੈ, ਪਿਛਲੀ ਵਾਰੀ ਵੀ ਉਹੀ ਕਰਨਾ ਸੀ ਇੱਕ ਅੱਧਾ, ਉਹ ਪਰ ਆ ਵਿੱਚ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਨਾਲ ਆਹ ਹੋਣੀ ਆ। ਦੇਖੋ, ਸੱਚ ਨੂੰ ਨਾ ਕਦੀ ਜਿਹੜਾ ਆ ਉਹ ਥੱਲੇ ਨੂੰ ਨਹੀਂ ਕੀਤਾ ਜਾ ਸਕਦਾ। ਮੇਰੇ ਵਰਗੇ ਬੰਦੇ ਨੂੰ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਸ ਲੈਵਲ ਤੋਂ ਮੈਂ ਚੱਲਿਆ ਤੇ ਜਿਸ ਲੈਵਲ ਤੇ ਪਹੁੰਚ ਗਿਆ, ਤੇ ਜੇ ਇਹ ਡੈਸਟਨੀ ਨਾ ਹੁੰਦੀ ਤਾਂ ਫਿਰ ਮੈਂ ਇਸ ਲੈਵਲ ਤੇ ਪਹੁੰਚ ਨਹੀਂ ਸੀ ਸਕਦਾ। ਬਹੁਤ ਜਿੱਥੋਂ ਦੀ ਵੀ ਲੰਘਿਆ ਲੋਕਾਂ ਨੇ ਬਹੁਤ ਲੱਤਾਂ ਖਿੱਚੀਆਂ, ਸੱਚੀ ਗੱਲ ਹੈ। ਜਿੱਥੋਂ ਦੀ ਵੀ ਲੰਘਿਆ, ਜੇ ਕਿਤੇ ਮੈਂ ਕਿਤੇ ਦੀ ਕਿਤਾਬ ਲਿਖਣੀ ਹੋਵੇ ਨਾ, ਤੇ ਜਿਸ ਪਿੰਡ ਤੋਂ ਮੈਂ ਤੁਰਿਆ ਤੇ ਜਿਸ ਤੱਕ ਹੁਣ ਪਹੁੰਚਿਆ, ਤੇ ਮੈਂ ਤਾਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ, ਜੇ ਲੱਤਾਂ ਨਾ ਮੇਰੀਆਂ ਖਿੱਚੀਆਂ ਹੁੰਦੀਆਂ ਸ਼ਾਇਦ ਮੈਂ ਇੱਥੇ ਤੱਕ ਨਾ ਪਹੁੰਚਦਾ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਭਾਈ ਇੱਕ ਸਵਾਲ ਆ, ਅਕਾਲੀ ਚੰਗੇ ਕਿ ਕਾਂਗਰਸੀ ਮਾੜੇ, ਜਾਂ ਉਹ ਮਾੜੇ ਕਿ ਆ ਚੰਗੇ? ਇੱਕੋ ਜਿਹੇ, ਸਾਰੇ ਇੱਕੋ ਜਿਹੇ ਆ। ਸਾਨੂੰ ਸੋਚ ਬਦਲਣ ਦੀ ਜ਼ਰੂਰਤ ਹੈ, ਸਾਨੂੰ ਥਾਟ ਪ੍ਰੋਸੈਸ ਬਦਲਣ ਦੀ ਜ਼ਰੂਰਤ ਹੈ। ਮੈਂ ਕਿਉਂ ਹਮੇਸ਼ਾ ਕਹਿੰਦਾ ਇੰਟਰਨਲ ਡੈਮੋਕ੍ਰੇਸੀ ਠੀਕ ਕਰ ਲਈਏ। ਆਪਾਂ ਨੂੰ ਪੰਜਾਬ ਦੇ ਇਸ਼ੂਜ਼ ਤੇ ਕੰਮ ਕਰਨਾ ਪੈਣਾ। ਪੰਜਾਬ ਜਾ ਕਿੱਧਰ ਨੂੰ ਰਿਹਾ, ਕਿੱਧਰ ਨੂੰ ਜਾ ਰਿਹਾ, ਕਿਸੇ ਨੂੰ ਜਸਟਿਸ ਦੀ ਉਮੀਦ ਨਹੀਂ ਆਉਂਦੀ। ਇੱਕ ਹੋਰ ਸਵਾਲ ਦਾ ਜਵਾਬ ਦਿਓ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੰਗੇ ਸੀ ਕੈਪਟਨ ਅਮਰਿੰਦਰ ਸਿੰਘ? ਦੋਨੇ ਬਹੁਤ ਰਿਸਪੈਕਟੇਬਲ ਆ, ਲੇਕਿਨ ਦੋਨਾਂ ਨੇ ਸਿਸਟਮ ਦਾ ਇਹੋ ਜਿਹਾ ਤਹਿਸ ਨਹਿਸ ਕੀਤਾ, ਔਰ ਜਿਹੜੀ ਇਹ ਸਕ੍ਰਿਪਟ ਦੋਨੇ ਪਰਿਵਾਰ ਲਿਖਣ ਡਏ ਆ ਨਾ, ਉਹਦਾ ਆਖਰੀ ਪੰਨਾ ਜਿਹੜਾ ਮੈਨੂੰ ਲੱਗਦਾ ਸਾਨੂੰ ਲਿਖਣਾ ਪੈਣਾ। ਮੈਂ ਹਮੇਸ਼ਾ ਟੀਮ ਦੀ ਗੱਲ ਕਰਦਾ, ਮੈਂ ਕਦੀ ਇੰਡੀਵਿਜੂਅਲ ਦੀ ਗੱਲ ਨਹੀਂ ਕਰਦਾ। ਆਪਾਂ ਕੁਝ ਚੰਗੇ ਬੰਦੇ ਜਿੱਦਣ ਚੰਗੇ ਇਕੱਠੇ ਹੋ ਜਾਣਗੇ ਉਦਣ ਇਹਦੇ ਵਿੱਚ ਸੁਧਾਰ ਵੀ ਆ ਜਾਊਗਾ। ਕੀ ਨਹੀਂ ਸੁਧਾਰ? ਕਿਉਂਕਿ ਸਾਡੇ ਕਦਰਾਂ ਕੀਮਤਾਂ, ਅਸੀਂ ਅਸਲੀ ਗੱਲ ਹੈ ਲਾਲਚੀ ਇੰਨੇ ਹੋ ਗਏ, ਉਹ ਕਦਰਾਂ ਕੀਮਤਾਂ ਤੇ ਅਸੀਂ ਪਹਿਰਾ ਹੀ ਨਹੀਂ ਦੇ ਸਕੇ। ਜਿਹੜਾ ਕਰੈਕਟਰ ਪੰਜਾਬੀਆਂ ਦਾ ਸੀ ਅਸੀਂ ਉਹਦੇ ਤੇ ਖੜ ਹੀ ਨਹੀਂ ਸਕੇ।
ਔਰ ਸਭ ਤੋਂ ਜਿਹੜਾ ਵੱਡਾ ਨੁਕਸਾਨ ਕੀਤਾ, ਜਿਹੜੀ ਚਾਚੇ ਤੇ ਤਾਏ ਦੀ ਲੜਾਈ ਆ, ਮੈਂ ਆਪਣੇ ਹਲਕੇ 'ਚ ਘਰ ਘਰ ਬੰਦਿਆਂ ਨੂੰ ਕਹਿਣਾ ਹੁੰਦਾ, ਨਾ ਲੜੋ। ਤੁਹਾਡੀ ਲੜਾਈ ਜਿਹੜੀ ਆ, ਤੁਸੀਂ ਤਾਂ ਇੱਥੇ ਲੜ ਕੇ ਬਹਿ ਜਾਂਦੇ ਮੈਂ ਫਲਾਣੇ ਧੜੇ ਦਾ, ਤੇ ਇਹ ਸ਼ਾਮ ਨੂੰ ਇਕੱਠੇ ਹੀ ਹੁੰਦੇ ਉੱਥੇ ਚੰਡੀਗੜ੍ਹ। ਇਹ ਸ਼ਾਮ ਨੂੰ ਹਰ ਚੀਜ਼ ਇਕੱਠੀ ਕਰਦੇ ਆ। ਤੁਸੀਂ ਨਾ ਲੜੋ, ਚੰਗੀਆਂ ਚੀਜ਼ਾਂ ਤੇ ਪਹਿਰਾ ਦੇ ਲਓ, ਸੋਚ ਬਦਲ ਲਓ, ਆਪਾਂ ਤਾਂ ਹੀ ਜਾ ਕੇ ਠੀਕ ਹੋਵਾਂਗੇ। ਨਹੀਂ ਤਾਂ ਤੁਸੀਂ ਪੁਲਿਸ ਵਾਲਿਆਂ ਨੂੰ, ਨਹੀਂ ਤਾਂ ਤੁਸੀਂ ਸਾਡੀ ਜਿਹੜਾ ਰੈਵਨਿਊ ਡਿਪਾਰਟਮੈਂਟ ਆ, ਪਟਵਾਰੀ ਨੂੰ, ਤੁਸੀਂ ਵਕੀਲਾਂ ਨੂੰ, ਤੁਸੀਂ ਕੋਰਟਾਂ ਨੂੰ ਪੈਸੇ ਦੇਣੋਂ ਨਹੀਂ ਹਟੋਗੇ। ਆਪਾਂ ਹੌਲੀ ਸਭ ਨੇ ਚਲੇ ਜਾਣਾ, ਲੇਕਿਨ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਚੰਗੀ ਚੀਜ਼ ਤਾਂ ਦੇ ਕੇ ਜਾਈਏ, ਕਿਤੇ ਤਾਂ ਖੜ ਕੇ ਜਾਈਏ। ਕੋਈ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਉਹ ਇਹ ਕਵੇ ਵੀ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਆਹ ਕੀਤਾ ਸੀ, ਤੇ ਜੇ ਇਹ ਕਵੇ ਵੀ ਸਾਡੇ ਬਜ਼ੁਰਗ ਜਿੰਨੇ ਮਾੜੇ ਸੀ, ਉਹਨਾਂ ਨੇ ਸਾਡੇ ਤੇ ਇੰਨੇ ਲੱਖ ਕਰੋੜ ਦਾ ਕਰਜ਼ਾ ਚਾੜ ਕੇ ਚਲੇ ਗਏ ਤੇ ਸਾਨੂੰ ਚੰਗੀ ਐਜੂਕੇਸ਼ਨ ਨਹੀਂ ਦੇ ਕੇ ਗਏ, ਸਾਡੇ ਤਾਂ ਬੇਸਿਕਲੀ ਕਦੀ ਸਰਵੇ ਨਹੀਂ ਹੋਇਆ ਵੀ ਸਾਡੇ ਡਿਮਾਂਡ ਤੇ ਸਪਲਾਈ ਦੇ ਵਿੱਚ ਏਡਾ ਵੱਡਾ ਗੈਪ ਕਿਉਂ ਆ। ਅਸੀਂ ਤਾਂ ਕਦੀ ਐਜੂਕੇਸ਼ਨ 'ਚ ਸਰਵੇ ਨਹੀਂ ਕੀਤਾ। ਜਿਹੜੀ ਐਜੂਕੇਸ਼ਨ ਦੀ ਡਿਮਾਂਡ ਹੀ ਹੈ ਨਹੀਂ, ਬੱਚਾ ਇੰਜੀਨੀਅਰਿੰਗ ਕਰਕੇ ਨਿਕਲਦਾ, ਉਹਨੂੰ ਇਹ ਲੱਗਦਾ ਵੀ ਹਾਂ ਵੀ ਇੰਜੀਨੀਅਰਿੰਗ ਤੋਂ ਬਾਅਦ ਮੇਰਾ ਫਿਊਚਰ ਕੀ ਆ, ਤੇ ਉਹਨੂੰ ਉਦੋਂ ਪਤਾ ਲੱਗਦਾ। ਕਈ ਵਾਰੀ ਪਬਲਿਕ ਲਾਈਫ ਦੇ ਵਿੱਚ ਆਣ ਕੇ ਇੱਕ ਦਿਨ ਮੇਰੇ ਕੋਲ ਇੱਕ ਬਾਬਾ ਤੇ ਪੋਤਾ ਆ ਗਏ, ਤੇ ਪੋਤਾ ਵਿਚਾਰਾ ਤਾਂ ਹਜੇ +2 ਕਰਕੇ ਆਇਆ ਸੀ, ਬਾਬੇ ਨੂੰ ਸਮਝ ਹੈ ਨਹੀਂ ਸੀ, ਤੇ ਬਾਬਾ ਮੈਨੂੰ ਕਹਿੰਦਾ ਵੀ ਮੈਂ ਮੁੰਡੇ ਨੂੰ ਇੰਜੀਨੀਅਰ ਬਣਾਉਣਾ, ਚਾਹੇ ਮੇਰੀ ਜਿਹੜੀ 2, 2.5, 3 ਏਕੜ ਆ ਜ਼ਮੀਨ ਵੀ ਵਿਕ ਜਵੇ। ਮੈਂ ਕਿਹਾ ਬਾਪੂ ਤੈਨੂੰ ਇਹ ਪਤਾ ਵੀ ਇੰਜੀਨੀਅਰਿੰਗ ਤੋਂ ਬਾਅਦ ਇਹਨੇ ਬਣਨਾ ਕੀ ਆ? ਕਹਿੰਦਾ ਇਹਨੇ ਬਹੁਤ ਵੱਡਾ ਅਫਸਰ ਬਣ ਜਾਣਾ, ਕਿਉਂਕਿ ਪਤਾ ਹੀ ਨਹੀਂ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਕਿਤੇ ਚੀਜ਼ਾਂ ਰੱਖੀਆਂ ਹੀ ਨਹੀਂ ਹੈ। ਪ੍ਰਗਟ ਸਿੰਘ ਜੀ, ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਹੋਈ ਕਿ ਉਹਨਾਂ ਨੂੰ ਵੀ ਪਹਿਲਾਂ ਕੋਈ ਧਮਕੀ ਭਰਿਆ ਕਾਲ ਕੀਤਾ ਸੀਗਾ ਜਦੋਂ ਵਿਜੀਲੈਂਸ ਦੀ ਜਿਹੜੀ ਰੇਡ ਹੋਈ ਹੈ? ਨਹੀਂ, ਮੈਂ ਤਾਂ ਅਖਬਾਰਾਂ ਖੂਨਾਂ 'ਚ ਹੀ ਪੜਿਆ, ਉਹਦਾ ਗੱਲ ਜ਼ਰੂਰ ਹੋਈ ਸੀ। ਮੈਂ ਕਿਹਾ ਵੀ ਮੇਰੇ ਨਾਲ ਤਾਂ ਆਹ ਹੋਈ, ਤੇ ਕਹਿੰਦਾ ਯਾਰ ਬੜੀ ਮਾੜੀ ਗੱਲ ਆ ਵੀ ਜੇ ਇੱਥੇ ਤੱਕ ਸਾਡੀ ਪੋਲਿਟਿਕਸ ਚਲੇ ਗਈ, ਸਾਡੀ ਰਾਜਨੀਤੀ ਇੱਥੇ ਤੱਕ ਚਲੇ ਗਈ, ਤਾਂ ਫੇਰ ਤਾਂ ਰੱਬ ਰਾਖਾ ਹੀ ਆ। ਫੇਰ ਤਾਂ ਭਾਈ ਇੱਕ ਕੋ ਬੈਟ ਆ, ਇੱਕ ਦੂਜੇ ਕੋ ਹਾਕੀ ਆ, ਪਲੇਅਰ ਠੰਡੇ ਤੇ ਨਹੀਂ ਹੁੰਦੇ। ਨਹੀਂ, ਮੈਂ ਤਾਂ ਬਹੁਤ ਠੰਡਾ ਯਾਰ। ਮੈਂ ਜਗਤਾਰ, ਤੂੰ ਮੈਨੂੰ ਕਦੀ ਦੇਖਿਆ ਇਸ ਗੱਲ ਲਈ ਵੀ ਮੈਂ ਕਦੀ ਤੱਤਾ ਹੋਵਾਂ? ਮੈਂ ਤਾਂ ਹੁਣ ਵੀ ਬਹੁਤ ਠੰਡਾ। ਮੈਂ ਤਾਂ ਐਕਚੁਅਲੀ ਅਸਲੀ ਗੱਲ ਆ, ਮਾਨਸਿਕਤਾ ਦਾ ਪੱਧਰ ਹੀ ਇਹੋ ਜਿਹਾ ਹੋ ਗਿਆ ਵੀ ਜਿੱਥੇ ਗੁੱਸਾ ਆਉਂਦਾ ਹੀ ਨਹੀਂ। ਮੈਨੂੰ ਲੱਗਦਾ ਵੀ ਆਹ ਜਿਹੜੀ ਫਿਲਮ ਚੱਲਣ ਡਈ ਆ, ਇਹਦੇ ਵਿੱਚ ਕਿਉਂਕਿ ਅਸਲੀ ਗੱਲ ਹੈ ਕਿ ਜਿਹੜੀ ਡੈਸਟਨੀ ਵੀ ਆਪਣਾ ਰੋਲ ਪਲੇ ਕਰਦੀ ਆ, ਕਿਉਂਕਿ ਜਿਹੋ ਜਿਹੇ ਇਹੋ ਸਰਕਮਸਟੈਂਸਸ ਬਣਨੇ ਹੁੰਦੇ ਆ, ਉਹੋ ਜਿਹੇ ਫਿਰ ਸਰਕਮਸਟੈਂਸਸ ਬਣ ਕੇ ਤੇ ਉਹ ਸਾਰੀਆਂ ਚੀਜ਼ਾਂ ਉਦਾਂ ਡਿਸਟਾਈਨਡ ਹੁੰਦੀਆਂ, ਉਧਰ ਨੂੰ ਤੁਰ ਪੈਂਦੀਆਂ। ਇੱਕ ਵਾਰ ਇਹ ਦੱਸ ਦਿਓ ਕਿ ਕਾਲ ਕਰਕੇ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਸੀ ਸੰਦੀਪ ਸੰਧੂ? ਮੈਂ ਤਾਂ 2-3 ਵਾਰੀ ਦੱਸਤਾ ਜੀ। ਇਹ ਤਾਂ ਇੱਕ ਸਵਾਲ ਹੈਗਾ, ਦੁੱਲੋ ਸਾਹਿਬ ਨੇ ਕਿਹਾ ਸੀ, ਇੱਕ ਵਾਰੀ ਹੋਰ ਦੱਸ ਦਿਓ। ਇੱਕ ਸਾਡਾ ਸੱਦਾ ਮੈਂ ਸੁਣਿਆ, ਸਵਾਦ ਨਹੀਂ ਆ ਰਿਹਾ। ਤੁਸੀਂ ਕਿਹਾ ਇੱਕ ਵਾਰੀ ਹੋਰ ਦੱਸ ਦਿਓ। ਮੈਨੂੰ ਤਾਂ ਬੇਸਿਕਲੀ ਵੀਰਵਾਰ ਸ਼ਾਮ ਨੂੰ, ਰਾਤ ਨੂੰ 11 ਵਜੇ ਲਗਭਗ ਫੋਨ ਆਇਆ ਕੈਪਟਨ ਸੰਦੀਪ ਸੰਧੂ ਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੇਹਾ ਦਿੱਤਾ ਵੀ ਤੇਰੇ ਕਾਗਜ਼ ਪੱਤਰ ਅਸੀਂ ਇਕੱਠੇ ਕਰ ਲਿਆ ਤੇ ਤੈਨੂੰ ਹੁਣ ਠੋਕਣਾ। ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਆਇਆ, ਤੇ ਮੈਂ ਦੂਜੀ ਵਾਰੀ ਪੁੱਛਿਆ, ਤੀਜੀ ਵਾਰੀ ਪੁੱਛਿਆ। ਮੈਂ ਕਿਹਾ ਉਹਨਾਂ ਨੇ ਕਿਹਾ, ਕਿਉਂਕਿ ਮੇਰੇ ਕੋਲੋਂ ਕਦੀ, ਜਿਹੜਾ ਮੇਰੇ ਤੋਂ ਉਮਰ 'ਚ ਵੱਡਾ ਆ, ਮੇਰੇ ਕੋਲੋਂ ਕਦੀ ਕੋਈ ਜਿਹੜੀ ਲੈਂਗੁਏਜ ਆ ਉਹ ਰਫ ਨਹੀਂ ਹੋ ਸਕੀ, ਨਾ ਮੈਂ ਕਦੀ ਕਰਦਾ ਹੀ ਆ, ਕਿਉਂਕਿ ਇਹ ਕੋਈ ਚੰਗੀ ਲੈਂਗੁਏਜ ਨਹੀਂ ਹੈ, ਇਹ ਕੋਈ ਚੰਗੀਆਂ ਚੀਜ਼ਾਂ ਨਹੀਂ। ਸਾਡੇ ਸਮਾਜ ਨੇ ਸਾਨੂੰ ਇਹ ਨਹੀਂ ਸਿਖਾਇਆ। ਮੈਂ 2-3 ਵਾਰੀ ਪੁੱਛਿਆ, ਹੀ ਸੈਡ ਕਿ ਯੈਸ। ਫਿਰ ਮੈਂ ਵੀ ਅਸਲੀ ਗੱਲ ਆ, ਫਿਰ ਉਸ ਹੀ ਲਹਿਜੇ ਦੇ ਵਿੱਚ ਮੈਂ ਕਿਹਾ ਵੀ ਜੇ ਸੁਨੇਹਾ ਦੇ ਸਕਦਾ ਤਾਂ ਫਿਰ ਮੇਰਾ ਵੀ ਦੇ ਦੇ। ਕੀ ਦਿੱਤਾ ਜੀ ਸੁਨੇਹਾ? ਕੀ ਦਿੱਤਾ ਫਿਰ ਤੁਸੀਂ ਕਿਹਾ ਕੀ? ਜਿੱਦਾਂ ਦਾ ਸੁਨੇਹਾ ਉਹਨਾਂ ਤੋਂ ਆਇਆ ਸੀ ਉਦਾਂ ਦਾ ਹੀ ਮੈਂ ਦੇ ਦਿੱਤਾ। ਮਤਲਬ ਕਹਿੰਦੇ ਕਿ ਭਾਜੀ ਮੋਤੀ ਹੈਗੀ ਜੀ। ਤੁਸੀਂ ਦੋਹਾਂ ਨੂੰ ਕਹਿ ਰਹੇ ਹੋ ਕਿ ਦੋਹਾਂ ਲੀਡਰਸ ਨੇ ਸਿਸਟਮ ਨੂੰ ਬਰਬਾਦ ਕੀਤਾ ਹੈ। ਕੀ ਪ੍ਰਗਟ ਸਿੰਘ ਤੇ ਸਿੱਧੂ ਅਲਟਰਨੇਟ ਨੂੰ ਲੀਡ ਕਰ ਸਕਦੇ ਨੇ? ਸਭ ਤੋਂ ਪਹਿਲਾਂ ਤਾਂ ਯਾਰ ਮੈਂ ਮਾਫੀ ਚਾਹੁੰਦਾ ਤੁਹਾਡੀ ਇਨਕਨਵੀਨੀਅੰਸ ਲਈ, ਕਿਉਂਕਿ ਮੈਂ 1-2 ਜਗ੍ਹਾ ਟਰਾਈ ਕੀਤਾ ਸੀ, ਪਰ ਕੋਵਿਡ ਕਰਕੇ ਆਪਾਂ ਨੂੰ ਉਹਦੇ ਪ੍ਰੋਟੋਕਾਲ ਜਿਹੜੇ ਉਹ ਪੂਰੇ ਕਰਨੇ ਪੈਣੇ ਆ। ਅਸਲੀ ਗੱਲ ਹੈ ਕਿ ਮੈਨੂੰ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਕਿ ਮੈਨੂੰ ਸੀਐਮ ਸਾਹਿਬ ਨੇ ਇੱਕ ਮੈਸੇਜ ਦਿੱਤਾ ਤੇ ਉਹ ਮੈਸੇਜ ਮੈਂ ਤੈਨੂੰ ਦੇਣਾ, ਤੇ ਧਮਕੀ ਭਰਿਆ ਮੈਸੇਜ।
ਮੈਂ ਉਹਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਿ ਤੇਰੀਆਂ ਅਸੀਂ ਲਿਸਟਾਂ ਬਹੁਤ ਕੱਢ ਲਈਆਂ ਤੇ ਤੈਨੂੰ ਹੁਣ ਅਸੀਂ ਠੋਕਣਾ। ਪਹਿਲਾਂ ਤਾਂ ਸੱਚੀ ਗੱਲ ਆ ਕਿ ਮਹਿਸੂਸ ਬੜਾ ਹੋਇਆ ਵੀ ਅਸੀਂ ਕਿੱਧਰ ਨੂੰ ਤੁਰ ਪਏ। ਅਸਲੀ ਜਿਹੜੇ ਇਸ਼ੂ ਸੀ ਅਸੀਂ ਉਹ ਕਿੱਧਰ ਨੂੰ ਲੈ ਗਏ, ਕਿਉਂਕਿ ਕੋਵਿਡ ਦਾ ਸਮਾਂ, ਪੰਜਾਬ ਬੜੇ ਡਿਫਿਕਲਟ ਔਰ ਹਿੰਦੁਸਤਾਨ ਬੜੇ ਡਿਫਿਕਲਟ ਦੌਰ ਚੋਂ ਗੁਜ਼ਰ ਰਿਹਾ ਤੇ ਉਸ ਦੌਰ ਦੇ ਵਿੱਚ ਇੱਕ ਚੀਫ ਮਿਨਿਸਟਰ ਆਪਣੇ ਪੋਲੀਟੀਕਲ ਸੈਕਟਰੀ ਰਾਹੀਂ ਇੱਕ ਐਮਐਲਏ ਨੂੰ ਇਹ ਸੁਨੇਹਾ ਦੇ ਰਿਹਾ ਭਈ ਤੂੰ ਤਿਆਰ ਹੋ ਜਾ, ਤੈਨੂੰ ਠੋਕਣਾ। ਮੈਂ ਕਿਹਾ ਫਿਰ ਤੂੰ ਇੱਕ ਮੇਰਾ ਸੁਨੇਹਾ ਦੇ ਸਕਦਾ? ਮੈਂ ਕਿਹਾ ਜੇ ਸੱਚ ਬੋਲਣ ਦੀ ਇਹ ਸਜ਼ਾ ਆ ਨਾ, ਜੇ ਅਸੀਂ ਬੇਅਦਬੀਆਂ ਦੀ ਕੋਈ ਗੱਲ ਕੀਤੀ ਆ, ਜੇ ਪਾਵਰ ਪਰਚੇਜ਼ ਐਗਰੀਮੈਂਟਸ ਦੀ ਰਿਵਿਊ ਕਰਨ ਦੀ ਗੱਲ ਕੀਤੀ ਆ, ਜੇ ਮਾਈਨਿੰਗ ਦੀ ਗੱਲ ਕੀਤੀ ਆ, ਜੇ ਐਕਸਾਈਜ਼ ਦੀ ਗੱਲ ਕੀਤੀ ਆ, ਤੇ ਉਹ ਕਾਹਦੇ ਲਈ ਕੀਤੀ ਆ? ਉਹ ਇਸ ਕਰਕੇ ਕੀਤੀ ਆ ਵੀ ਪੰਜਾਬ ਦੀ ਇਕਨੋਮੀ ਠੀਕ ਹੋ ਜਵੇ, ਪੰਜਾਬ ਦਾ ਸੋਸ਼ਲ ਕਲਚਰ ਠੀਕ ਹੋ ਜਵੇ। ਪੰਜਾਬ ਬੇਸਿਕਲੀ ਜਿਹੜਾ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਦੀ ਧਰਤੀ ਆ, ਉਹ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਹੁੰਦਾ, ਕਿਸੇ ਵੀ ਜਾਤ ਨਾਲ ਕੋਈ ਵਿਤਕਰਾ ਹੁੰਦਾ, ਕਿਉਂਕਿ ਸਾਡੀ ਫਿਲਾਸਫੀ ਉਹ ਆ। ਅਸੀਂ ਕੰਮ ਤਾਂ ਉਹਦੇ ਤੇ ਕਰਨਾ ਸੀ, ਕਿਉਂਕਿ 2 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਚਿੱਠੀ ਲਿਖੀ ਸੀ ਤੇ ਲੇਕਿਨ ਜੇ ਉਹਦੀ ਕਿਹੜਿਆ, ਮੈਂ ਕਿਹਾ ਜਿੱਥੇ ਮਰਜੀ ਜਦੋਂ ਮਰਜੀ ਮੈਂ ਰੈਡੀ ਆ, ਮੈਂ ਬਿਲਕੁਲ ਤਿਆਰ ਆ ਇਸ ਕੰਮ ਲਈ। ਸਰਕਾਰ ਨੇ ਜੋ ਕਰਨਾ ਉਹ ਕਰ ਲਵੇ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਅਸਲੀ ਗੱਲ ਆ ਇਹ ਪੋਲਿਟਿਕਸ ਜਿਹੜੀ ਉਹ ਇੰਨੀ ਮਾੜੀ ਹੁੰਦੀ ਆ। ਔਰ ਪੜ੍ਹਨਾ ਵੀ ਆਉਂਦਾ, ਲਿਖਣਾ ਵੀ ਆਉਂਦਾ ਤੇ ਸਮਝਣਾ ਵੀ ਆਉਂਦਾ। ਅਸਲੀਅਤ ਇਹ ਆ ਵੀ ਇਹ ਲੋਕੀ ਪਹਿਲਾਂ ਤੁਹਾਡੇ ਤੇ ਆਸਾਨ ਕਰਦੇ ਆ। ਮੈਂ ਨਹੀਂ ਕਹਿੰਦਾ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਏ ਸੀ ਪੋਲਿਟਿਕਸ ਦੇ ਵਿੱਚ, ਮੈਂ ਨਹੀਂ ਆਉਂਦਾ ਸੀ, ਲੇਕਿਨ ਇੰਨਾ ਆਸਾਨ ਤਾਂ ਨਹੀਂ ਨਾ ਵੀ ਹੁਣ ਅਸੀਂ ਪੰਜਾਬ ਲੁੱਟਦਾ ਹੋਇਆ ਦੇਖ ਲਈਏ। ਮੈਂ ਕਦੀ ਕਿਸੇ ਪੋਲੀਟੀਕਲ ਪਾਰਟੀ ਨੂੰ ਅੱਜ ਤੱਕ ਮਾੜਾ ਨਹੀਂ ਕਿਹਾ, ਕਿਉਂਕਿ ਪੋਲੀਟੀਕਲ ਪਾਰਟੀਆਂ ਨਹੀਂ ਮਾੜੀਆਂ, ਉਹਨੂੰ ਚਲਾਉਣ ਵਾਲੇ ਲੋਕ ਮਾੜੇ ਆ। ਉਹਨੂੰ ਚਲਾਉਣ ਵਾਲੇ ਲੋਕਾਂ ਨੇ ਧੰਦਾ ਬਣਾ ਲਿਆ ਤੇ ਉਸ ਡੈਮੋਕ੍ਰੇਸੀ ਨੂੰ ਬਚਾਉਣ ਦੀ ਜ਼ਰੂਰਤ ਹੈ। ਤੇ ਜੇ ਉਸ ਡੈਮੋਕ੍ਰੇਸੀ ਨੂੰ ਨਾ ਬਚਾਵਾਂਗੇ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਲਈ ਬਹੁਤਾ ਚੰਗਾ ਨਹੀਂ। ਜੇ ਸੂਬੇ ਦੇ ਵਿੱਚੋਂ ਹਰ 10ਵੀਂ ਜਾਂ +2 ਪਾਸ ਕਰਕੇ ਬੱਚਾ ਬਾਹਰ ਜਾਣ ਨੂੰ ਤਿਆਰ ਆ, ਉਹ ਕਹਿੰਦਾ ਸੀ ਡਿਗਰੀ ਨਹੀਂ ਕਰਨੀ, ਸਾਨੂੰ ਆਈਲੈਟਸ ਕਰਾ ਦਿਓ। ਹਰ ਬਿਜ਼ਨਸਮੈਨ ਭੱਜਣ ਨੂੰ ਤਿਆਰ ਆ, ਹਰ ਉਹ ਇਨਸਾਨ ਇੱਥੋਂ ਜਾਣ ਨੂੰ ਤਿਆਰ ਆ ਜਿਹੜੇ ਅਸੀਂ ਪੰਜਾਬ ਦੀ ਗੱਲ ਕਰਦੇ ਆ। ਕਿਉਂਕਿ ਮੈਂ ਤਾਂ ਹਿੰਦੁਸਤਾਨ ਦੀ 10 ਸਾਲ ਕਪਤਾਨੀ ਕਰ ਲਈ ਤੇ ਜਦੋਂ ਤੁਹਾਡੇ ਹੱਥ 'ਚ ਝੰਡਾ ਹੁੰਦਾ ਸੀ ਨਾ ਤੇ ਤੁਸੀਂ ਮਾਣ ਮਹਿਸੂਸ ਕਰਦੇ ਸੀ ਵੀ ਅਸੀਂ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਦੇ ਆ। ਤੇ ਮੈਂ ਕਈ ਵਾਰੀ ਉਹ ਐਥਲੀਟ ਰੋਂਦੇ ਵੀ ਦੇਖੇ, ਉਹ ਉਹਨਾਂ ਦੀ ਫੀਲਿੰਗ ਆ, ਉਹ ਆਪਣੇ ਕੰਟਰੀ ਦਾ ਜਦੋਂ ਝੰਡਾ ਲੈ ਕੇ ਅੱਗੇ ਵਧਦੇ ਆ। ਤੇ ਇਹ ਮੇਰੇ ਵਰਗੇ ਨਾਲ ਜੇ ਇਦਾਂ ਦਾ ਇਹ, ਕਿਉਂਕਿ ਹਰ ਬੰਦੇ ਦੀ ਬਾਹ ਮਰੋੜਦੇ ਆ, ਹਰ ਬੰਦੇ ਨੂੰ ਇਹਨਾਂ ਏਜੰਸੀਆਂ ਦੇ ਥਰੂ ਇਹ ਕਹਿੰਦੇ ਆ ਕਿ ਹਾਂ ਵੀ ਆ ਜਾ ਤੇਰੀ ਹੁਣ ਬਾਹ ਮਰੋੜੀਏ। ਕੈਪਟਨ ਸਾਹਿਬ ਆਪਾਂ ਪੁੱਠੇ ਰਾਹ ਪੈ ਗਏ ਆ, ਆਪਾਂ ਇਹ ਬਾਹ ਮਰੋੜ ਵਾਲੀ ਰਾਜਨੀਤੀ ਛੱਡੀਏ। ਸਮਾਂ ਕਿਸੇ ਦਾ ਨਹੀਂ ਬਚਦਾ ਹੁੰਦਾ, ਸਮਾਂ ਮੁਗਲਾਂ ਦਾ ਨਹੀਂ ਬਚਿਆ, ਮੰਗੋਲੀਅਨ ਦਾ ਨਹੀਂ ਬਚਿਆ, ਗੋਰਿਆਂ ਦਾ ਨਹੀਂ ਬਚਿਆ। ਇੱਥੇ ਬਹੁਤ ਆਏ ਆ, ਇੱਥੇ ਬਹੁਤਿਆਂ ਨੇ ਆਉਣਾ। ਜਿਹੜਾ ਸੂਰਜ ਚੜ੍ਹਦਾ ਹੁੰਦਾ ਨਾ ਉਹ ਢਲਦਾ ਵੀ ਹੁੰਦਾ। ਔਰ ਜਿੰਨੀਆਂ ਏਜੰਸੀਜ਼ ਹੈਗੀਆਂ, ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਅਫਸਰ ਉਹ ਆਵੇ ਜਿਹੜਾ ਸਾਫ਼ ਸੁਥਰਾ ਹੋਵੇ, ਜਿਹਦੀਆਂ ਲੱਤਾਂ ਭਾਰ ਚੱਲਦੀਆਂ ਹੋਣ, ਉਹ ਮੇਰੇ ਵੱਲ ਆ ਜਾਵੇ, ਜਦੋਂ ਮਰਜ਼ੀ ਆ ਜਾਵੇ ਜਾਂ ਮੈਨੂੰ ਕਾਲ ਕਰ ਲਵੇ, ਮੈਂ ਚਲੇ ਜਾਣਾ ਉੱਥੇ। ਇਹ ਧਮਕੀਆਂ, ਕਿਉਂਕਿ ਅਸਲੀ ਗੱਲ ਹੈ ਕਿ ਪੋਲੀਟੀਕਲ ਸਿਸਟਮ 'ਚ ਮੈਂ ਤਾਂ ਇਹ ਦੇਖ ਰਿਹਾ ਵੀ ਪਾਰਟੀਆਂ ਰਲ ਜਾਂਦੀਆਂ ਆਪਸ ਵਿੱਚ, ਬਿਊਰੋਕਰੈਟਸ ਰਲ ਜਾਂਦੇ ਆ। ਜਿੱਦਣ ਬਿਊਰੋਕਰੈਟਸ
ਆਪਣੀ ਜੌਬ ਦੇ ਵਿੱਚ ਆਉਂਦਾ ਨਾ, ਜੇ ਕਿਤੇ ਆਈਪੀਐਸ ਭਰਤੀ ਹੋ ਕੇ, ਆਈਪੀਐਸ ਭਰਤੀ ਹੋ ਕੇ, ਪੀਪੀਐਸ ਪੀਸੀਐਸ ਭਰਤੀ ਹੋ ਕੇ, ਤਾਂ ਉਹਨੂੰ ਸਹੁੰ ਖਿਲਾਈ ਜਾਂਦੀ ਆ ਵੀ ਬਿਨਾਂ ਕਿਸੇ ਪ੍ਰੈਸ਼ਰ ਤੋਂ, ਬਿਨਾਂ ਕਿਸੇ ਕ੍ਰੀਡ ਐਂਡ ਕਾਸਟ ਤੋਂ ਤੂੰ ਕਾਨੂੰਨ ਦੇ ਮੁਤਾਬਕ ਕੰਮ ਕਰਨਾ। ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ ਇਹਨਾਂ ਲੋਕਾਂ ਨੇ। ਜਦੋਂ ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ, ਮੈਂ ਕਹਿੰਦਾ ਪੋਲੀਟੀਕਲ ਬੰਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਗੱਲ ਸਮਝ ਆ ਗਈ, ਲੇਕਿਨ ਬਿਊਰੋਕਰੈਟ ਤੇ ਇੱਕ ਪੋਸਟਿੰਗ ਕਰਕੇ ਇਹਨਾਂ ਦੀਆਂ ਕਠਪੁਤਲੀਆਂ ਬਣ ਗਈਆਂ। ਮੈਂ ਨਹੀਂ ਕਹਿੰਦਾ ਇਮਾਨਦਾਰ ਹੈ ਨਹੀਂ, ਵਿੱਚ ਹੈਗੇ ਆ, ਲੇਕਿਨ ਵਰਤਦੇ ਉਹੋ ਜਿਹਾ ਨੂੰ ਆ ਜਿਹੜੇ ਕਿ ਇਹਨਾਂ ਦੇ ਵਿੱਚ ਵੀ ਬਲੈਕ ਸ਼ੀਪਸ ਆ। ਸੁੱਖੀ ਰੰਧਾਵੇ ਨੇ ਕੱਲ ਸਟੇਟਮੈਂਟ ਦਿੱਤੀ ਆ, ਚੰਨੀ ਦੇ ਵੀ ਅੱਜ ਜਿਹੜੇ ਚਰਨਜੀਤ ਸਿੰਘ ਚੰਨੀ ਆ ਉਹਨਾਂ ਦੇ ਅਗੇਂਸਟ ਵੀ ਅੱਜ ਖਬਰ ਪਲਾਂਟ ਕਰਾਈ ਗਈ। ਜੇ ਇਹੀ ਗੱਲਾਂ ਅਸੀਂ ਕਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਤੁਰ ਪਏ ਸੀ? ਅਸੀਂ ਕਦੋਂ ਕਿਹਾ ਸੀ? ਲੇਕਿਨ ਜੇ ਇਹ ਸੱਚ ਦੀ ਸਜ਼ਾ ਦੇਣੀ ਚਾਹੁੰਦੇ ਆ ਤਾਂ ਫਿਰ ਜ਼ਰੂਰ ਜਿੱਥੇ ਮਰਜੀ, ਜਦੋਂ ਮਰਜੀ, ਜਿੱਥੇ ਮਰਜੀ ਆ ਜਾਣ। ਇਹਨਾਂ ਲੋਕਾਂ ਨੇ, ਕਿਉਂਕਿ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਦਾ ਹੁੰਨਾ ਵੀ ਆਪਾਂ ਕੰਮ ਕਰ ਲਈਏ, ਆਪਾਂ ਇੰਸਟੀਟਿਊਸ਼ਨਸ ਰਹਿਣ ਦਈਏ, ਲੇਕਿਨ ਨਾ। ਔਰ ਉਹ ਜਿਹੜਾ ਵਿਜੀਲੈਂਸ ਦਾ ਡੀਜੀਪੀ ਆ ਭਰਤਿੰਦਰ ਚਹਿਲ, ਕਿਉਂਕਿ ਹੁਣ ਤੁਸੀਂ ਮੈਨੂੰ ਇਹ ਕਹੋਗੇ ਵੀ ਹਾਂ ਵੀ ਡੀਫੈਕਟੋ ਉਹੀ ਆ, ਉਹੀ ਹੀ ਬੇਸਿਕਲੀ ਇਹ ਤਾਣਾ ਬਾਣਾ ਮੁੜਦਾ। ਔਰ ਮੈਨੂੰ ਸਾਰਾ ਕੁਝ, ਮੈਨੂੰ ਗੱਲ ਸਮਝ ਵੀ ਹੈਗੀ ਆ, ਮੇਰਾ ਦਿਮਾਗ ਵੀ ਚੱਲਦਾ ਤੇ ਮੈਨੂੰ ਲਿਖਣਾ ਵੀ ਆਉਂਦਾ, ਮੈਨੂੰ ਪੜ੍ਹਨਾ ਵੀ ਆਉਂਦਾ ਤੇ ਮੇਰੇ 'ਚ ਗਟਸ ਵੀ ਹੈਗੇ ਆ ਕਿ ਪੰਜਾਬ ਨੂੰ ਕਿੱਦਾਂ ਡਿਫੈਂਡ ਕਰਨਾ। ਮੈਂ ਤਾਂ ਅਸਲੀ ਗੱਲ ਆ, ਤੁਹਾਡੇ ਨਾਲ ਪਿਛਲੀ ਵਾਰੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ 5-7-10 ਦਿਨਾਂ ਤਾਈਂ ਮਿਲਾਂਗੇ, ਪਰ ਮਿਲਣਾ ਤਾਂ ਕਿਸੇ ਹੋਰ ਟੌਪਿਕ ਤੇ ਸੀ। ਅਸਲੀ ਗੱਲ ਆ, ਮਿਲਣਾ ਕਿਸੇ ਹੋਰ ਟੌਪਿਕ ਤੇ ਸੀ, ਪਰ ਇਹ ਤਾਂ ਵਿੱਚ ਟੌਪਿਕ ਹੀ ਹੋਰ ਲੈ ਆਂਦਾ। ਉਹ ਵੀ ਮੈਂ ਤੁਹਾਨੂੰ ਕਿਸੇ ਦਿਨ, ਕਿਉਂਕਿ ਆਪਾਂ 2-4 ਦਿਨਾਂ ਬਾਅਦ ਮਿਲਦੇ ਰਿਹਾ ਕਰਾਂਗੇ, ਕਿਉਂਕਿ ਲੜਾਈ ਅਸੂਲਾਂ ਦੀ ਆ, ਲੜਾਈ ਉਹਨਾਂ ਕਦਰਾਂ ਕੀਮਤਾਂ ਦੀ ਲੜਾਈ ਪੰਜਾਬ ਲਈ ਆ। ਜੇ ਨਹੀਂ ਲੜਾਂਗੇ ਤਾਂ ਫਿਰ, ਜੇ ਤਾਂ ਤੁਸੀਂ ਵੀ ਮੈਨੂੰ ਦੱਸ ਦਿਓ ਵੀ ਜੇ ਤਾਂ ਇਹ ਸਿਸਟਮ ਬਹੁਤ ਚੰਗਾ ਚੱਲਦਾ, ਫਿਰ ਤਾਂ ਮੈਂ ਵੀ ਤੁਹਾਡੇ ਕੋਲੋਂ ਮਾਫੀ ਮੰਗ ਲਵਾਂਗਾ ਕਿ ਭਾਈ ਮੇਰੇ ਕੋਲੋਂ ਗਲਤੀ ਹੋ ਗਈ। ਲੇਕਿਨ ਜੇ, ਕਿਉਂਕਿ ਡੈਮੋਕ੍ਰੇਸੀ ਦੇ ਜਿਹੜੇ ਚਾਰੇ ਥੰਮ ਹੈ, ਜੇ ਚਾਰੇ ਪਿੱਲਰ ਆ, ਪੱਤਰਕਾਰ ਵੀ ਵਿੱਚ ਬਹੁਤ ਚੰਗੇ ਹੈਗੇ ਆ, ਹਰ ਫੀਲਡ ਦੇ ਵਿੱਚ ਬਹੁਤ ਚੰਗੇ ਬੰਦੇ ਆ, ਲੇਕਿਨ ਅਸਲੀ ਗੱਲ ਹੈ ਹੌਲੀ ਹੌਲੀ ਇਹਨਾਂ ਨੇ ਡਿਮੋਲਿਸ਼ ਕਰਨ ਦੀ ਕਸਰ ਕੋਈ ਨਹੀਂ ਛੱਡੀ। ਕਿੰਨੇ ਪੈਸੇ ਚਾਹੀਦੇ ਆ ਬੰਦੇ ਨੂੰ ਜ਼ਿੰਦਗੀ ਜੀਣ ਲਈ? ਮੈਨੂੰ ਲੱਗਦਾ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਅੱਜ ਤੱਕ ਵੀ ਸਾਨੂੰ ਜ਼ਿੰਦਗੀ ਜੀਣ ਲਈ ਪੈਸੇ ਕਿੰਨੇ ਚਾਹੀਦੇ ਆ। ਆਹ ਕੋਵਿਡ ਵਰਗੀ ਮਹਾਮਾਰੀ ਦੇ ਵਿੱਚ ਇਹੋ ਜਿਹੇ ਬੰਦੇ ਚਲੇ ਗਏ ਜਿਨ੍ਹਾਂ ਬਾਰੇ ਕਦੀ ਸੋਚਿਆ ਨਹੀਂ ਸੀਗਾ, ਜਿਨ੍ਹਾਂ ਬਾਰੇ ਮਹਿਸੂਸ ਕਰਦੇ ਆ, ਲੇਕਿਨ ਮਹਿਸੂਸ ਬੜਾ ਹੋਇਆ ਮੈਨੂੰ। ਮੈਂ 1-2 ਦਿਨ ਤਾਂ ਸੱਚੀ ਗੱਲ ਹੈ ਇੰਨਾ ਕੁ ਅਪਸੈਟ ਰਿਹਾ, ਮੈਂ ਕਿਹਾ ਯਾਰ ਆਹ ਦਿਨ ਮੇਰੇ ਵਰਗੇ ਨੂੰ ਦੇਖਣੇ ਪੈਣਗੇ, ਆਹ ਦਿਨ ਮੇਰੇ ਵਰਗੇ ਬੰਦੇ ਨੂੰ, ਕਿਉਂਕਿ ਕਦੀ ਪ੍ਰੋਟੋਕਾਲ ਤੋਂ ਬਾਹਰ ਨਹੀਂ ਗਿਆ, ਕਦੀ ਕੋਸ਼ਿਸ਼ ਕੀਤੀ ਆ ਵੀ ਹਾਂ ਵੀ ਸਿਸਟਮ ਦੇ ਵਿੱਚ ਰਹਿ ਕੇ ਜਿੰਨਾ ਕੁ ਵੀ ਸੁਧਾਰ ਕਰ ਸਕਦੇ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਰਿਆਂ ਨੂੰ ਸੁਧਾਰ ਕਰ ਸਕਦੇ ਆ। ਲੈਟ ਅਸ ਮੇਕ ਏ ਟੀਮ, ਲੈਟ ਅਸ ਮੇਕ ਏ ਪੰਜਾਬ ਮੂਵਿੰਗ। ਇਹ ਲੋਕਾਂ ਦੀ ਕਚਹਿਰੀ ਆ, ਲੋਕਾਂ ਨੂੰ ਬਦਲਣਾ ਪਊਗਾ, ਸੋਚ ਬਦਲਣੀ ਪਊਗੀ। ਪਿੰਡਾਂ ਦੇ ਪਿੰਡ ਇਹਨਾਂ ਲੋਕਾਂ ਨੇ ਧੜਿਆਂ 'ਚ ਵੰਡ ਕੇ ਰੱਖ ਦਿੱਤੇ ਤੇ ਆਪ ਸ਼ਾਮ ਨੂੰ ਇਕੱਠੇ ਹੀ ਆ। ਆਪ ਜਦੋਂ ਕਿਤੇ ਵੀ ਸਿਸਟਮ 'ਚ ਉਲਝਣ ਆਉਂਦੀ ਆ, ਜਦੋਂ ਤੀਜਾ ਬੰਦਾ ਕੋਈ ਕਹਿਣ ਦੀ ਜੁਰਤ ਕਰਦਾ, ਉਦੋਂ ਫਿਰ ਉਹਨੂੰ ਸਾਰੇ ਜਣੇ ਇਕੱਠੇ ਹੋ ਕੇ ਪੈਂਦੇ ਆ। ਨਵਜੋਤ ਸਿੰਘ ਸਿੱਧੂ ਜੇ 2 ਸਾਲ ਪਹਿਲਾਂ ਜੇ ਇਹਨਾਂ ਕੋਲ ਉਹਦੇ ਅਗੇਂਸਟ ਇੰਨਾ ਮਟੀਰੀਅਲ ਹੈ ਤਾਂ ਫਿਰ 2 ਸਾਲ ਵੀ ਕਿਉਂ ਰੱਖਿਆ? ਵਿਜੀਲੈਂਸ ਦਾ ਇੱਕ ਐਕਸੀਅਨ ਦੇ ਉੱਤੇ 1200 ਕਰੋੜ ਦਾ ਪਰਚਾ ਦਰਜ ਕਰਤਾ। ਤੁਸੀਂ ਸਾਰੇ ਸਿਆਣੇ ਹੋ, ਇੱਕ ਵਿਜੀਲੈਂਸ ਆਫੀਸਰ ਜਿਹੜਾ ਸਿਸਟਮ ਜਿਹੜਾ ਉਹ ਇੱਕ ਐਕਸੀਅਨ ਤੇ 1200 ਕਰੋੜ ਦਾ ਪਰਚਾ ਦਰਜ ਕਰਦਾ, ਇਹਦਾ ਮਤਲਬ ਉਹਦੇ ਅੱਗੇ ਪਿੱਛੇ ਕੋਈ ਹੈ ਨਹੀਂਗਾ। ਫਿਰ ਇਹੋ ਜਿਹਾ ਸਿਸਟਮ ਤੋਂ ਆਪਾਂ ਲੈਣਾ ਕੀ ਆ? ਇਰੀਗੇਸ਼ਨ ਦੀ ਫਾਈਲ ਪਿਛਲੇ 4 ਸਾਲਾਂ 'ਚ, 4.25 ਸਾਲਾਂ 'ਚ ਉਹ ਕਿੱਥੇ ਤੁਰੀ ਫਿਰਦੀ ਆ? ਮੈਨੂੰ ਗੱਲ ਸਮਝ ਹੈਗੀ ਆ, ਕਿਉਂਕਿ ਉਹਦੇ ਵਿੱਚ ਵੱਡੀਆਂ ਮੱਛੀਆਂ, ਕਦੀ ਉਹਨੂੰ ਸੱਜੇ ਨੂੰ ਕਰ ਲੈਂਦੇ ਆ, ਕਦੀ ਖੱਬੇ ਨੂੰ ਕਰ ਲੈਂਦੇ ਆ, ਕਦੀ ਕਿਸੇ ਪਾਸੇ ਨੂੰ ਕਰ ਲੈਂਦੇ ਆ, ਕਦੀ ਕਿਸੇ ਪਾਸੇ ਨੂੰ ਕਰ ਲੈਂਦੇ ਆ। ਇਸ ਕਰਕੇ ਕਪਤਾਨ ਸਾਹਿਬ,
ਮੈਂ ਵੀ ਹਿੰਦੁਸਤਾਨ ਦਾ ਕੈਪਟਨ ਰਿਹਾ ਹਾਂ ਹਾਕੀ ਦਾ, ਲੇਕਿਨ ਮੈਂ ਇੱਜ਼ਤ, ਕਿਉਂਕਿ ਬੇਸਿਕ ਮੇਰੀ ਪ੍ਰੋਬਲਮ ਕਿੱਥੇ ਆ ਕਿ ਮੈਂ ਕਦੀ ਪ੍ਰੋਟੋਕਾਲ ਨਹੀਂ ਤੋੜਦਾ, ਮੈਂ ਕਦੀ ਡਿਸਰਿਸਪੈਕਟ ਕਿਸੇ ਨੂੰ ਸ਼ੋ ਨਹੀਂ ਕਰਦਾ। ਮੈਨੂੰ ਇਹ ਆਸ ਸੀ, ਸੱਚੀ ਗੱਲ ਆ 2017 ਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਲਾਸਟ ਇਨਿੰਗ ਆ ਤੇ ਇਹ ਪੰਜਾਬ ਲਈ ਕੁਛ ਨਾ ਕੁਛ ਚੰਗਾ ਕਰਕੇ ਜਾਣਗੇ। ਪਰ ਅਫਸੋਸ ਹੈ ਅਸੀਂ ਪੁੱਠੇ ਰਾਹ ਪਾ ਲਿਆ। ਕਿਤੇ ਬੈਠ ਕੇ ਇਕੱਲੇ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ, ਕਿਤੇ ਬੈਠ ਕੇ ਇਕੱਲੇ ਕਮਰੇ 'ਚ ਸ਼ੀਸ਼ੇ 'ਚ ਬੈਠ ਕੇ ਸੋਚਿਓ ਤਾਂ ਸਹੀ ਵੀ ਮੈਂ ਕਰ ਕੀ ਰਿਹਾ। ਇਹ ਤਾਂ ਨਹੀਂ ਹੈ ਕਿਤੇ ਆਲੇ ਦੁਆਲੇ ਜਿਹੜੀ ਕੋਟਰੀ ਇਕੱਠੀ ਹੋਈ ਆ ਉਹ ਤੁਹਾਨੂੰ ਕਿਸੇ ਤਰ੍ਹਾਂ ਦੀ ਮਿਸਗਾਈਡ ਕਰ ਰਹੀ ਆ। ਪੰਜਾਬ ਲਈ ਕਰ ਕੀ ਰਹੇ ਹੋ? ਮੈਨੂੰ ਤਾਂ ਇਹ ਵੀ ਪਤਾ ਵੀ ਕੌਣ ਕਿੱਥੇ ਮਿਲਿਆ। ਮੈਂ ਤਾਂ ਚੁੱਪ ਸੀ, ਮੈਂ ਕਿਹਾ ਛੱਡੋ, ਕਿਉਂਕਿ ਆਪਾਂ ਇਹਨਾਂ ਕੰਮਾਂ 'ਚੋਂ ਕੀ ਲੈਣਾ, ਆਪਣਾ ਰੋਲ ਪਲੇ ਕਰੀਏ। ਕਿਉਂਕਿ ਮੈਂ ਬੀਇੰਗ ਏ ਖਿਡਾਰੀ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜਦੋਂ ਟੀਮ ਚੰਗੀ ਹੋ ਜਾਊਗੀ ਤਾਂ ਹੌਲੀ-ਹੌਲੀ ਉਹਦੇ ਰਿਜ਼ਲਟ ਚੰਗੇ ਹੋਣਗੇ, ਪਰ ਆਪਣੀ ਜ਼ਿੰਮੇਵਾਰੀ ਨਿਭਾਓ। ਲੇਕਿਨ ਜਦੋਂ ਮੇਰੇ ਵਰਗੇ ਬੰਦੇ ਨੂੰ ਜੇ ਇਹ ਧਮਕੀ ਦਿੰਦੇ ਆ ਤਾਂ ਫਿਰ ਮੇਰਾ ਖਿਆਲ ਹੈ ਵੀ ਲੜਨ ਤੋਂ ਇਲਾਵਾ ਸਾਡੇ ਕੋਲ ਚਾਰਾ ਕੋਈ ਨਹੀਂ ਹੈ। ਔਰ ਉਸ ਲੜਾਈ ਦੇ ਵਿੱਚ ਇਹ ਜਿੱਥੇ ਮਰਜ਼ੀ ਚਲੇ ਜਾਣ, ਜਿੱਦਾਂ ਮਰਜ਼ੀ ਕਰ ਲੈਣ, ਐਂਡ ਆਈ ਐਮ ਵੈਰੀ ਓਪਨ। ਥੈਂਕ ਯੂ ਵੈਰੀ ਮਚ। एक बार यार हिंदी जो कर सकते हैं क्वेश्चंस दे रही है, फिर बाद में आप गाइड कर लेना। जिस तरह ਤੁਸੀਂ ਜ਼ਿਕਰ ਕੀਤਾ ਹੈਗਾ ਕਿ ਤੁਸੀਂ ਨਿਸ਼ਾਨੇ ਤੇ ਆ ਗਏ, ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਤੇ ਆ ਗਿਆ, ਚਰਨਜੀਤ ਸਿੰਘ ਚੰਨੀ ਨਿਸ਼ਾਨੇ ਤੇ ਆ ਗਏ, ਔਰ ਕੱਲ ਇਹ ਵੀ ਸ਼ੱਕ ਪਿਆ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਗੈਂਗਸਟਰਾਂ ਦੇ ਨਾਲ ਸੰਬੰਧਾਂ ਨੂੰ ਲੈ ਕੇ ਵੀ ਚੁੱਪ-ਚਪੀਤ ਤੇ ਪੜਤਾਲ ਕੀਤੀ ਹੈ। ਮਤਲਬ ਉਹ ਲੋਕ ਜਿਹੜੇ ਬੇਅਦਬੀ ਦੀ ਔਰ ਨਸ਼ਿਆਂ ਦੀ ਇਨਸਾਫ ਮੰਗਦੇ ਉਹ ਟਾਰਗੇਟ ਹੋ ਰਹੇ ਨੇ ਕਿ ਜਾਂ ਉਹਨਾਂ ਨੂੰ ਕੋਈ ਖਤਰਾ ਹੈਗਾ ਕਿ ਇਹ ਜਿਹੜਾ ਗਰੁੱਪ ਹੈ ਵੀ ਹੋ ਰਿਹਾ ਜੀ? ਅਸੀਂ ਅੱਜ ਤੱਕ ਕਦੀ, ਰਿਐਲਿਟੀ ਇਹ ਆ, ਮੈਂ ਤੇ ਨਵਜੋਤ ਸਿੰਘ ਸਿੱਧੂ ਨੇ ਕਦੀ ਗਰੁੱਪ ਨਹੀਂ ਬਣਾਇਆ। ਅੱਜ ਤੱਕ ਨਵਜੋਤ ਸਿੱਧੂ ਦੀ ਵੀ 14-16 ਸਾਲ ਦੀ ਰਾਜਨੀਤੀ ਆ, ਉਹਦੇ ਨਾਲ ਕਦੀ ਕੋਈ ਗਰੁੱਪ ਬਣਿਆ। ਜਦੋਂ ਅਸੀਂ ਇੱਕ ਟੀਮ 'ਚ ਆ ਗਏ, ਅਸੀਂ ਕਾਂਗਰਸ ਦੀ ਟੀਮ 'ਚ ਆ ਗਏ, ਤੇ ਇਹ ਕਾਹਦਾ ਗਰੁੱਪ ਹੋਇਆ? ਉਹਦੇ ਵਿੱਚ ਅਸੀਂ, ਮੈਂ ਤਾਂ ਇੱਥੋਂ ਤੱਕ ਵੀ ਆ, ਮੈਂ ਕਦੀ ਇਦਾਂ ਦੀ ਗੱਲ ਹੀ ਨਹੀਂ ਕਰਦਾ। ਮੈਂ ਪਹਿਲਾਂ ਅੰਦਰ ਬਹਿ ਕੇ ਗੱਲ ਕਰਦਾ, ਫਿਰ ਜੇ ਕੋਈ ਨਹੀਂ ਸੁਣਦਾ ਤਾਂ ਫਿਰ ਮੈਂ ਲਿਖ ਕੇ ਕਰਦਾ, ਫਿਰ ਜੇ ਲਿਖ ਕੇ ਵੀ ਨਹੀਂ ਸੁਣਦਾ ਫਿਰ ਮੈਂ ਬੇਨਤੀ ਕਰਦਾ ਵੀ ਨਾ ਆਪਾਂ ਪੰਜਾਬ ਦਾ ਨੁਕਸਾਨ ਨਾ ਕਰੀਏ। ਜੇ ਆਹ ਚੀਜ਼ਾਂ ਕਰਨ ਵਾਲੀਆਂ ਹੈਗੀਆਂ ਇਹਨੂੰ ਕਰ ਲਈਏ, ਤੇ ਜੇ ਉਹਦੇ ਬਾਵਜੂਦ ਵੀ ਤੇ ਫਿਰ ਕਿਤੇ ਜਾ ਕੇ ਮੈਂ ਮੀਟਿੰਗ 'ਚ ਇਹ ਗੱਲ ਕਹਿਣਾ ਵੀ ਆਹ ਇਸ਼ੂਜ਼ ਹੈਗੇ ਆ ਐਂਡ ਥੀਸ ਆਰ ਦਾ ਪੁਆਇੰਟਸ, ਕਿਉਂਕਿ ਹੋ ਸਕਦਾ ਬਹੁਤੇ ਐਮਐਲਏਆਂ ਨੂੰ ਇਸ ਸਿਸਟਮ ਦੀ ਨਾ ਸਮਝ ਆਉਂਦੀ ਹੋਵੇ, ਲੇਕਿਨ ਸਮਝ ਇਸ ਗੱਲ ਦੀ ਤਾਂ ਆਉਂਦੀ ਆ ਨਾ ਵੀ ਅਸੀਂ ਜਾ ਕਿੱਧਰ ਨੂੰ ਰਹੇ ਆ। ਤੇ ਜੇ ਉਹਨੂੰ ਵੀ ਟਾਰਗੇਟ ਕੀਤਾ ਜਾਂਦਾ ਤਾਂ ਫਿਰ ਤਾਂ ਵੈਲਕਮ ਹੈ, ਜੋ ਮਰਜ਼ੀ ਕਰਨਾ ਇਹਨੇ ਕਰ ਲੈਣ। ਕੀ ਰਹੇ ਸਰ ਟਾਰਗੇਟ ਅਗਰ ਹਾਈ ਕਮਾਂਡ ਨੂੰ ਵੀ ਲੈਟਰ ਲਿਖੋਗੇ ਕੀ ਹੋ ਰਿਹਾ? ਨਹੀਂ, ਹਾਈ ਕਮਾਂਡ ਨੂੰ ਤਾਂ ਮੈਨੂੰ ਲੱਗਦਾ ਗੱਲ ਪਤਾ ਲੱਗ ਹੀ ਗਈ ਹੋਣੀ ਆ ਜਾਂ ਲੱਗ ਜਾਊਗੀ। ਪ੍ਰਗਟ ਜੀ, ਸਤੀਸ਼ ਸੰਧੂ ਨੇ ਕੀ ਮਤਲਬ ਧਮਕੀ ਭਰੇ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਕੀ ਮਤਲਬ ਉਹਨਾਂ ਦਾ ਇੱਕ ਅਪੀਲਿੰਗ ਰਵੱਈਆ ਸੀਗਾ ਕਿ ਉਹਨਾਂ ਨੇ ਅਪੀਲ ਕੀਤੀ ਹੋਵੇ ਤੁਹਾਨੂੰ? ਨਹੀਂ, ਮੈਨੂੰ ਕਹਿੰਦੇ ਗੱਲ ਬੜੀ ਕਲੀਅਰ ਹੈ। ਮੈਂ ਕਿਹਾ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਹ ਫੀਲ ਕੀਤਾ ਵੀ ਯਾਰ ਇਹ ਗੱਲ ਵੀ ਹੋ ਸਕਦੀ ਹੈ। ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਹੀ ਸੈਡ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਪ੍ਰਗਟ ਜੀ, ਕੀ ਲੱਗਦਾ ਜਿਸ ਤਰੀਕੇ ਦੇ ਨਾਲ ਜੋ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ, ਇਹ ਵੀ ਕਿਹਾ ਜਾ ਰਿਹਾ ਕਿ ਪ੍ਰਗਟ ਸਿੰਘ ਹੁਣੀ ਹੀ ਸਾਰੀਆਂ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਕਰਵਾ ਰਹੇ ਨੇ, ਇਕੱਠੇ ਸਭ ਨੂੰ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਦੇ ਨਾਲ ਰਲ ਕੇ ਬਣਾ ਰਹੇ ਨੇ? ਮੇਰਾ ਕੋਈ ਧੜਾ ਨਹੀਂ ਹੈ, ਮੈਂ ਕਦੀ ਧੜਾ ਨਹੀਂ ਬਣਾਇਆ। ਮੈਂ ਤਾਂ ਇਹ ਪੋਲਿਟਿਕਸ 'ਚ ਮੈਂ ਤਾਂ ਟੀਮ ਬਣਾਈ ਹਮੇਸ਼ਾ। ਜੇ 10 ਸਾਲ ਹਿੰਦੁਸਤਾਨ ਦੀ ਕਪਤਾਨੀ ਕੀਤੀ ਆ ਤੇ ਉਹਦੇ ਵਿੱਚ ਹਰ ਬੰਦੇ ਦਾ ਰੋਲ ਹੁੰਦਾ। ਕਪਤਾਨ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹਦੇ ਕੋਲ ਜਿਹੜੀ ਕਪੈਸਿਟੀ ਹੈਗੀ ਆ ਉਹਨੂੰ ਰੋਲ ਦੇ ਕੇ ਉਹਦੇ ਕੋਲੋਂ ਕੰਮ ਕਰਾਵੇ। ਤੇ ਜੇ ਇਹੀ ਕਹਿ ਦੇਣਾ ਵੀ ਇਹ ਧੜਾ ਕ੍ਰੀਏਟ ਕਰਦੇ ਆ, ਕਿਹੜਾ ਧੜਾ ਕ੍ਰੀਏਟ ਕਰਦੇ ਆ? ਜੇ ਅਸੀਂ ਮਿਲ ਲਿਆ, 4 ਮਿਨਿਸਟਰ ਮਿਲ ਗਏ, ਜੇ ਕੋਈ ਐਮਐਲਏ ਬਹਿ ਕੇ ਮਿਲ ਗਿਆ, ਅਸੀਂ ਤਾਂ ਰੋਜ਼ ਮਿਲਦਾ, ਮੈਂ ਤਾਂ ਸਾਰਿਆਂ ਨੂੰ ਮਿਲਦਾ, ਮੈਂ ਤਾਂ ਕੱਲ ਵੀ ਪਰਸੋਂ ਵੀ ਮਿਲਿਆ, ਮੈਂ ਕਦੋਂ ਕਹਿੰਦਾ ਨਹੀਂ ਮਿਲਿਆ। ਤੇ ਜੇ ਇਹ ਕੋਈ ਕ੍ਰਾਈਮ ਹੈ ਤਾਂ ਫਿਰ ਉਸ ਕ੍ਰਾਈਮ ਦੇ ਵਿੱਚ ਮੈਂ ਉਸ ਗੱਲ ਨੂੰ ਐਕਸੈਪਟ ਕਰਨ ਨੂੰ ਤਿਆਰ ਹੈਗਾ। ਨਹੀਂ, ਵਿਜੀਲੈਂਸ ਤਾਂ ਬੇਸਿਕਲੀ ਵਰਤਿਆ ਜਾਂਦਾ। ਮੈਨੂੰ ਇਹ ਵੀ ਪਤਾ ਵੀ ਕਿੰਨੇ ਕੁ ਸਰਕਾਰੀ ਬੰਦੇ ਜਦੋਂ ਕਿਤੇ ਸਰਕਾਰਾਂ ਬਦਲਦੀਆਂ ਤਾਂ ਹੌਸਟਾਈਲ ਹੁੰਦੇ ਆ।
ਜੇ ਵਿਜੀਲੈਂਸ ਨੇ ਕਰਨਾ ਸੀ ਤਾਂ ਆ 2 ਕੇਸ 4 ਸਵਾ 4 ਸਾਲ ਹੋ ਗਏ ਆ, ਹਜੇ ਤਾਈਂ ਲਟਕਦੇ ਰਹੇ ਆ। ਇਹਨਾਂ ਨੂੰ ਕੌਣ ਰੋਕਦਾ ਜਦੋਂ ਇੱਕ ਵਾਰੀ ਐਵੀਡੈਂਸ ਆ ਜਾਂਦੀ ਆ, ਜਦੋਂ ਇੱਕ ਵਾਰੀ ਇਹ ਆ ਜਾਂਦਾ ਵੀ ਹਾਂ ਬਈ ਇਰੀਗੇਸ਼ਨ ਦਾ ਸਕੈਮ ਆਪਾਂ ਨੂੰ ਸਭ ਨੂੰ ਪਤਾ ਨਾ, ਉਹ ਕਦੀ ਸੱਜੇ ਨੂੰ ਤੋੜ ਦੇਣਾ, ਕਦੀ ਖੱਬੇ ਨੂੰ ਤੋੜ ਦੇਣਾ। ਮੈਂ ਤਾਂ ਸੱਚੀ ਗੱਲ ਆ, ਮੈਂ ਜੇ ਨੌਕਰੀ ਕੀਤੀ ਆ ਨਾ, ਬਦਕਿਸਮਤੀ ਇਹ ਆ ਕਿ ਇਹ ਲੋਕੀ ਜਿਹੜੇ ਪੜ੍ਹੇ ਲਿਖੇ ਵੀ ਆ, ਮੈਂ ਨਹੀਂ ਕਹਿੰਦਾ ਬਿਊਰੋਕਰੈਟ ਚ ਇਮਾਨਦਾਰ ਨਹੀਂ ਹੈਗੇ ਆ, ਲੇਕਿਨ ਉਹਨਾਂ ਨੂੰ ਇਹੋ ਜਿਹਾ ਸਿਸਟਮ ਚ ਲਿਜਾ ਕੇ ਇਹੋ ਜਿਹਾ ਖੱਚ ਕੀਤਾ ਜਾਂਦਾ ਵੀ ਤਾਂ ਕਿ ਉਸ ਆਰਗੇਨਾਈਜੇਸ਼ਨ ਨੂੰ ਖਰਾਬ ਕਰ ਦਿਓ, ਖਿਲਾਰ ਦਿਓ, ਉਸ ਸਿਸਟਮ ਨੂੰ ਖਿਲਾਰ ਦਿਓ। ਉਹ ਖੜੀਏ ਯਾਰ, ਕਿੰਨੇ ਪੈਸੇ ਚਾਹੀਦੇ ਆ? ਪੈਸੇ ਬਹੁਤੇ ਨਹੀਂ ਚਾਹੀਦੇ ਜ਼ਿੰਦਗੀ ਦੇ ਵਿੱਚ। ਪ੍ਰਗਟ ਸਿੰਘ ਜੀ, ਹੁਣ ਤੱਕ ਤੁਹਾਨੂੰ ਕੌਣ ਮਿਲਣ ਆ ਚੁੱਕਿਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਕੀ ਕੁਝ ਧਮਕੀਆਂ ਹੁਣ ਤੱਕ ਦਿੱਤੀਆਂ ਗਈਆਂ? ਨਹੀਂ, ਮਿਲਦੇ ਤਾਂ ਅਸੀਂ ਰੋਜ਼ ਹੀ ਆ, ਇਹ ਤਾਂ ਕੋਈ ਰੌਲਾ ਹੀ ਨਹੀਂ ਹੈ ਵੀ ਅਸੀਂ ਕੋਈ ਮਿਲਦੇ ਨਹੀਂ ਹੈ, ਪਰ ਧਮਕੀਆਂ ਮੈਨੂੰ ਜ਼ਰੂਰ ਵੀਰਵਾਰ ਨੂੰ ਇਹ ਫੋਨ ਕਰਕੇ। ਔਰ ਮੈਂ 2-3 ਦਿਨ ਰਿਐਲਿਟੀ 'ਚ ਇਹ ਆ ਕਿ ਮੈਂ 2-3 ਦਿਨ ਬੜਾ ਅਪਸੈਟ ਰਿਹਾ। ਮੈਂ ਮਹਿਸੂਸ ਕੀਤਾ ਕਿ ਜੇ ਕੋਈ ਕਿਸੇ ਕਿਸਮ ਦਾ ਬੇਅਦਬੀਆਂ ਦਾ, ਜੇ ਕੋਈ ਕਿਸੇ ਕਿਸਮ ਦਾ ਸਿਸਟਮ ਦੀ ਗੱਲ ਕਰਦਾ, ਤੇ ਜੇ ਉਹਦੇ ਨਾਲ ਡੀਲ ਇਦਾਂ ਦਾ ਤੁਸੀਂ ਕਰਦੇ ਆ ਤਾਂ ਫਿਰ ਸਾਡੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਆਉਣਾ। ਔਰ ਮੈਂ ਕਿਉਂਕਿ ਕਦੀ ਇਹਨਾਂ ਚੀਜ਼ਾਂ ਤੋਂ ਡਰਿਆ ਹੀ ਨਹੀਂ, ਕਿਉਂਕਿ ਡੈਸਟਨੀ ਜਿਹੜੀ ਆ ਨਾ, ਉਹ ਹਰ ਬੰਦੇ ਦੀ ਲਿਖ ਕੇ ਆਉਂਦੀ ਆ, ਤੇ ਡੈਸਟਨੀ ਨੂੰ ਬੰਦਾ ਚੇਂਜ ਨਹੀਂ ਕਰ ਸਕਦਾ। ਇਹ ਇਹਨਾਂ ਨੂੰ ਗਲਤਫਹਿਮੀ ਆ ਕਿਸੇ ਨੂੰ, ਵੀ ਸ਼ਾਇਦ ਕਈ ਵਾਰੀ ਕਈਆਂ ਬੰਦਿਆਂ ਨੂੰ ਗਲਤਫਹਿਮੀ ਹੋ ਜਾਂਦੀ ਆ ਵੀ ਖਰੇ ਮੇਰੇ ਤੋਂ ਬਿਨਾਂ ਸੂਰਜ ਨਹੀਂ ਚੜ੍ਹਨਾ। ਇਹ ਨਹੀਂ ਹੁੰਦਾ, ਇਹ ਕਦੀ ਨਹੀਂ ਹੁੰਦਾ। ਇਹਨਾਂ ਨੂੰ ਵੀ ਭੁਲੇਖਾ ਕੱਢ ਲੈਣਾ ਚਾਹੀਦਾ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ, ਜਦੋਂ ਜਾਗੋ ਉਦੋਂ ਸਵੇਰਾ। ਅੱਜ ਸੋਚ ਲਈਏ, ਅੱਜ ਠੀਕ ਪਾਸੇ ਨੂੰ ਤੁਰ ਪਈਏ ਤੇ ਠੀਕ ਹੋ ਜਾਊਗਾ, ਕੀ ਪ੍ਰੋਬਲਮ ਹੈ? ਲੇਕਿਨ ਜਦੋਂ ਤੁਸੀਂ ਉਹਦੇ ਵਿੱਚ ਇੰਨੇ ਕੁ ਖੁੱਭ ਜਾਂਦੇ ਆ, ਇੰਨੇ ਕੁ ਉਹਦੇ ਵਿੱਚ ਮਾੜੀਆਂ ਚੀਜ਼ਾਂ ਕਰ ਬੈਠੇ ਆ, ਉਹਨੂੰ ਜਦੋਂ ਕਵਰ ਅਪ ਕਰਨ ਲੱਗ ਪੈਂਦੇ ਆ, ਤਾਂ ਫਿਰ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੈ। ਇਹ ਪੰਜਾਬ ਦੀ ਪੋਲਿਟਿਕਸ ਦੀ ਬਦਕਿਸਮਤੀ ਆ। ਜਦੋਂ ਤੋਂ ਇਹ ਸ਼ੁਰੂ ਹੋਈ ਆ, ਮੇਰਾ ਖਿਆਲ 78 ਤੋਂ ਵਿਜੀਲੈਂਸ ਸ਼ੁਰੂ ਹੋਈ ਆ, ਇਹ ਸਵਾਏ ਵੈਂਡੇਟੇ ਤੋਂ ਆ ਕਰ ਲੈਣ ਤਾਂ ਜਿਹੜਾ ਵਿਜੀਲੈਂਸ ਦਾ ਇਰੀਗੇਸ਼ਨ ਦਾ ਇਸ਼ੂ ਆ ਕਰ ਲੈਣ ਤਾਂ ਜਿਹੜਾ ਭਲਵਾਨ ਐਕਸੀਅਨ ਤੇ ਇਹਨਾਂ ਨੇ 1200 ਕਰੋੜ ਦਾ ਕੀਤਾ, ਉਹਦੇ ਚ ਕੀ ਹੋਇਆ, ਕਿੱਥੇ ਗਿਆ? ਐਗਜ਼ੈਕਟ ਵਰਡ ਇਹ ਸੀ ਵੀ ਤੇਰੇ ਕਾਗਜ਼ ਅਸੀਂ ਇਕੱਠੇ ਕਰ ਲਿਆ ਤੇ ਤੈਨੂੰ ਹੁਣ ਠੋਕਣਾ, ਤਿਆਰ ਹੋ ਜਾ। ਤੇ ਮੈਂ ਕਿਹਾ ਤੁਸੀਂ ਜਦੋਂ ਮਰਜ਼ੀ ਆ ਜਿਓ। ਮੈਂ ਪੰਜਾਬੀ ਚ ਜੋ ਕਹਿਣਾ ਸੀ ਕਹਿ ਦਿੱਤਾ। ਮੈਂ ਕਿਹਾ ਮੇਰਾ ਸੁਨੇਹਾ ਵੀ ਦੇ ਦਿਓ। ਤੇ ਬਹੁਤੀ ਤਰ੍ਹਾਂ ਹਾਰਦੀ ਹੁੰਦੀ ਆ ਨਾ, ਤਾਂ ਫਿਰ ਘਬਰਾਹਟ 'ਚ ਇਹੋ ਜਿਹੀਆਂ ਗਲਤੀਆਂ ਕਰਦੀ ਜਿਹੜੀ ਨਾਰਮਲ ਸਰਕਮਸਟੈਂਸਸ 'ਚ ਨਹੀਂ ਕਰਦੀ। ਮੈਨੂੰ ਤਾਂ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਗੱਲ ਕਰਦਾ, ਤੇ ਉਹ ਘਬਰਾਹਟ ਜਿਹੜੀ ਆ ਉਹ ਮੈਨੂੰ ਦਿਸਣ ਡਈ ਲੱਗਦੀ ਇਹਨਾਂ ਦੇ ਵਿੱਚ। ਹੋਰ ਤਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਇਦਾਂ ਦੀ ਲੈਂਗੁਏਜ ਮੈਨੂੰ ਫੇਰ ਵੀ ਨਹੀਂ ਸੀ ਲੱਗਦਾ। ਮੈਂ 2-3 ਵਾਰੀ ਇਸੇ ਕਰਕੇ ਪੁੱਛਿਆ ਵੀ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਆਇਆ। ਹੁਣ ਇਹਦੇ ਵੀ ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਦੋਨੇ ਵਿਜੀਲੈਂਸ ਕੋਲ ਆਪ ਹੀ ਪੇਸ਼ ਹੋਏ, ਆਜੋ ਫੜ ਲਓ ਸਾਡੇ ਕੋਲ। ਨਹੀਂ ਤਾਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਲੈਣ, ਰੌਲੇ ਵਾਲੀ ਕੀ ਗੱਲ ਹੈਗੀ ਆ? ਜਦੋਂ ਮਰਜ਼ੀ ਕਹਿ ਦੇਣ, ਹੁਣੇ ਕਹਿ ਦੇਣ, ਹੁਣੇ ਚਲੇ ਜਾਣਾ। ਇਹ ਡਰਾਵਾ ਨਹੀਂ, ਇਹ ਤਾਂ ਬੇਸਿਕਲੀ ਬਾਹ ਮਰੋੜ ਦੇ ਬੰਦੇ ਦੀ, ਤੇ ਮਰੋੜ ਲੈਣ। ਪ੍ਰਗਟ ਸਿੰਘ ਦੀ ਇਦਾਂ ਆਵਾਜ਼ ਬੁਲੰਦ ਰਹੇਗੀ। ਪ੍ਰਗਟ ਸਿੰਘ ਦੇਖੋ ਬਹੁਤ ਘੱਟ ਬੋਲਦਾ। ਮੇਰਾ ਖਿਆਲ ਆ ਵੀ ਆ ਜਿੰਨੇ ਪੱਤਰਕਾਰ ਦੋਸਤ ਆਉਂਦੇ ਆ, ਮੈਂ ਕਦੀ ਵੀ ਕੋਈ ਸਟੇਟਮੈਂਟ ਕਦੀ ਵੀ ਦਿੱਤੀ ਹੋਵੇ, ਮੈਂ ਕਦੀ ਕਿਤੇ 2-4 ਮਹੀਨੇ ਯਾਰ ਮੈਂ ਕਹਿੰਦਾ ਕੰਮ ਕਰੀਏ। ਸਾਰਿਆਂ ਨਾਲ ਮੇਰਾ ਤੁਹਾਡੇ ਨਾਲ ਚੰਗਾ ਸਹਿਚਾਰ ਹੈਗਾ। ਆਪਾਂ ਕਈ ਵਾਰੀ ਚਾਹ ਵੀ ਬੈਠ ਕੇ, ਤੁਸੀਂ ਕਈ ਵਾਰੀ ਮੈਨੂੰ ਹੁੱਜਾਂ ਜੀਆਂ ਵੀ ਮਾਰਦੇ ਹੁੰਨੇ ਵੀ ਭਾਜੀ ਕੁਝ ਬੋਲੋ। ਮੈਂ ਕਿਹਾ ਯਾਰ ਨਹੀਂ, ਕੁਝ ਬੋਲਣ ਵਾਲੀ ਗੱਲ ਹੈ ਨਹੀਂ।
ਲੇਕਿਨ ਜੇ ਇਦਾਂ ਦੀ ਗੱਲ ਹੈਗੀ ਆ ਤਾਂ ਫਿਰ ਕਿਉਂਕਿ ਸ਼ਾਂਤ ਮਨ ਹੈਗਾ, ਕਿਉਂਕਿ ਕੋਈ ਇਸ਼ੂ ਨਹੀਂ ਹੈਗਾ, ਜਿੱਥੋਂ ਕਿ ਮੈਂ ਤੁਰਿਆ ਤੇ ਜਿੱਥੇ ਤੱਕ ਪਹੁੰਚਾਂ, ਜੇ ਇਹ ਡੈਸਟਨੀ ਨਾ ਹੁੰਦੀ ਤਾਂ ਮੇਰੇ ਵਰਗਾ ਬੰਦਾ ਪਹੁੰਚ ਨਹੀਂ ਸੀ ਸਕਦਾ, ਨਹੀਂ ਪਹੁੰਚ ਸਕਦਾ ਸੀ। ਰਿਐਲਿਟੀ ਇਹ ਆ ਕਿ ਜੇ ਇਸ ਲੈਵਲ ਤੋਂ ਤੁਰੇ ਆ ਤੇ ਜਦੋਂ ਡੈਸਟਨੀ ਦੀ ਗੱਲ ਹੈਗੀ ਆ ਤਾਂ ਫਿਰ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ। ਅੱਜ ਤੱਕ ਮੈਂ ਬੰਦੇ ਦੀ ਬਹੁਤੀ, ਮੈਨੂੰ ਕਈ ਵਾਰੀ ਕਈਆਂ ਨੇ ਕਿਹਾ ਤੇਰੀ ਏਸੀਆਰ ਖਰਾਬ ਹੋ ਜਾਵੇ, ਮੈਂ ਕਿਹਾ ਉੱਪਰ ਵਾਲਾ ਨਾ ਏਸੀਆਰ ਖਰਾਬ ਕਰੇ, ਬੰਦੇ ਦੀ ਏਸੀਆਰ ਖਰਾਬ ਕੀਤੀ ਨੂੰ ਮੈਂ ਮੰਨਦਾ ਹੀ ਨਹੀਂ ਹੈ। ਰਹੋਗੇ ਕਾਂਗਰਸ 'ਚ ਜੀ, ਜਿਸ ਤਰ੍ਹਾਂ ਕੋਸ਼ਿਸ਼ਾਂ ਹੋ ਰਹੀਆਂ ਤੁਹਾਨੂੰ? ਮੈਂ ਅੱਜ ਤੱਕ ਜਗਤਾਰ ਜੀ ਕਦੀ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਮਾੜਾ ਨਹੀਂ ਕਿਹਾ। ਮੈਂ ਅਕਾਲੀ ਦਲ 'ਚ ਸੀਗਾ, ਮੈਂ ਕਾਂਗਰਸ 'ਚ ਹੈਗਾ। ਪੋਲੀਟੀਕਲ ਪਾਰਟੀਆਂ ਤਾਂ ਸਿਸਟਮ ਨੂੰ ਚਲਾਉਣ ਲਈ ਬਣੀਆਂ ਸੀ, ਉਹਦੇ ਵਿੱਚ ਚਲਾਉਣ ਵਾਲੇ ਬੰਦੇ ਮਾੜੇ ਚੰਗੇ ਆ। ਉਹਦਾ ਚਿਹਰਾ ਮੋਹਰਾ ਬਦਲ ਗਿਆ, ਉਹਦਾ ਚਿਹਰਾ ਮੋਹਰਾ ਇਦਾਂ ਦਾ ਹੋ ਗਿਆ ਵੀ ਉਹਨੂੰ ਫਾਈਨੈਂਸ਼ੀਅਲ ਐਂਗਲ ਜਿਹੜੇ ਬਹੁਤੇ ਦਿੱਤੇ ਜਾਣ ਲੱਗ ਪਏ, ਕਿਉਂਕਿ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਾਣ ਦੀ ਬਜਾਏ ਤੇ ਜਦੋਂ ਲੋਕਾਂ ਦੀਆਂ ਜੇ 100 ਅਕਾਲੀ ਦਲ ਜਿਹੜਾ ਮੁੜਦਾ ਹੀ ਨਹੀਂ ਹੈ ਕਦੀ, ਉਹਦਾ ਕੀ ਕਰਾਂਗੇ? ਜਿਹੜੇ ਬਜ਼ੁਰਗ ਕੱਲੇ ਦੇ ਕੱਲੇ ਰਹਿ ਗਏ ਉਹਨਾਂ ਦਾ ਕੀ ਕਰਾਂਗੇ? ਕਿਉਂਕਿ ਲੜਾਈਆਂ ਤਾਂ ਡਿਫਰੈਂਟ ਤਰੀਕੇ ਦੀਆਂ, ਸਾਡੀਆਂ ਐਜੂਕੇਸ਼ਨ ਸਿਸਟਮ, ਸਾਡਾ ਹੈਲਥ ਸਿਸਟਮ ਕਲੈਪਸ ਕਰ ਗਿਆ, ਸਾਡਾ ਐਗਰੀਕਲਚਰ ਡਾਇਵਰਸਿਫਿਕੇਸ਼ਨ ਦੀ ਬਹੁਤ ਵੱਡੀ ਰਿਕੁਆਇਰਮੈਂਟ ਹੈ। ਕਿਉਂਕਿ ਵਿਜ਼ੂਅਲਾਈਜ਼ ਤਾਂ ਕਰਕੇ ਦੇਖੋ ਵੀ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ। ਬਹੁਤ ਟੈਕਨੋਕਰੈਟਸ ਦੀ ਜ਼ਰੂਰਤ ਹੈ, ਕਿਉਂਕਿ ਬਿਊਰੋਕਰੈਟ ਨੇ ਤੇ ਪੋਲੀਟੀਸ਼ੀਅਨ ਨੇ ਟੈਕਨੋਕਰੈਟ ਨੂੰ, ਤੁਹਾਡੇ ਚੋਂ ਬਹੁਤ ਬੰਦਿਆਂ ਦਾ 20 25 30 ਸਾਲ ਦਾ ਤਜਰਬਾ ਹੋਊਗਾ ਤੇ ਹਰ ਫੀਲਡ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਆ ਤੇ ਉਹਨਾਂ ਦੀ ਸਲਾਹ ਲੈ ਕੇ ਗਾਂ ਤੁਰ ਪਓ। ਮੈਨੂੰ ਪ੍ਰੋਬਲਮ ਕੀ ਆ, ਜੇ ਮੈਨੂੰ ਨਹੀਂ ਆਉਂਦਾ ਤਾਂ ਮੈਨੂੰ ਪੁੱਛਣ 'ਚ ਕਿਸੇ ਨੂੰ ਕੀ ਹਰਜ ਹੈ। ਐਕਚੁਅਲੀ ਵਿਜ਼ੂਅਲਾਈਜ਼ ਤਾਂ ਪੰਜਾਬ ਨੂੰ ਕਰਨ ਦੀ ਜ਼ਰੂਰਤ ਹੈਗੀ ਆ ਕਿ ਪੰਜਾਬ ਦੇ ਵਿੱਚ ਹੋਣਾ ਕੀ ਚਾਹੀਦਾ ਔਰ ਪੰਜਾਬ ਦਾ ਕਿਰਦਾਰ ਜਿਹੜਾ। ਮੈਂ ਤਾਂ ਹੁਣ ਇਸ ਗੱਲ ਲਈ ਵੀ ਬੜਾ ਕਲੀਅਰ ਹਾਂ ਕਿ ਪੜ੍ਹਿਆ ਲਿਖਿਆ ਤੇ ਸਿਆਣਾ ਇੱਕ ਚੀਜ਼ ਹੁੰਦੀ ਆ, ਕਿ ਪੜ੍ਹਿਆ ਲਿਖਿਆ ਸਿਆਣਾ ਦੋ ਚੀਜ਼ਾਂ ਹੁੰਦੀਆਂ। ਮੈਂ ਤਾਂ ਕਈ ਪੁਰਾਣੇ ਬਜ਼ੁਰਗ ਦੇਖਦਾ, ਉਹਨਾਂ ਨੇ ਸਮਾਜ ਨੂੰ ਸਾਂਭ ਕੇ ਰੱਖਿਆ ਸੀ, ਤੇ ਕਈ ਹੁਣ ਮੈਂ ਪੜ੍ਹੇ ਲਿਖੇ ਦੇਖਦਾ ਜਿਹੜਾ ਫਾਈਲਾਂ ਦੇ ਵਿੱਚ ਕਮਾ ਕੇ ਪੰਜਾਬ ਦਾ, ਹਿੰਦੁਸਤਾਨ ਦਾ ਇਹੋ ਜਿਹਾ ਸੱਤਿਆਨਾਸ਼ ਮਾਰਿਆ ਇਹਨਾਂ ਲੋਕਾਂ ਨੇ, ਤੇ ਜਿਹਦੀ ਭਰਪਾਈ ਜਿਹੜੀ ਆਉਣ ਵਾਲੇ ਸਮੇਂ 'ਚ, ਕਿਉਂਕਿ ਸਾਡੇ ਤੇ ਪਾਪੂਲੇਸ਼ਨ ਦਾ ਵੀ ਪ੍ਰੈਸ਼ਰ ਹੈ, ਸਾਡੇ ਤੇ ਹੋਰ ਚੀਜ਼ਾਂ ਦੇ ਬੜੇ ਪ੍ਰੈਸ਼ਰ ਹੈ। ਅੱਜ ਦੁਨੀਆ ਦੇ ਉੱਤੇ ਸਭ ਮੁਲਕਾਂ ਨੇ ਸਾਡੀਆਂ ਫਲਾਈਟਾਂ ਬੰਦ ਕਰਤੀਆਂ ਵੀ ਹਿੰਦੁਸਤਾਨ ਤੋਂ ਅਸੀਂ ਫਲਾਈਟ ਨਹੀਂ ਲੈਣੀ। ਹਿੰਦੁਸਤਾਨ ਦਾ ਜਿਹੜਾ ਕੋਈ ਵੀ ਨਾਗਰਿਕ ਆ ਸਾਡੇ ਕੰਟਰੀ 'ਚ, ਇਹ ਸਾਡਾ ਰੈਪੂਟੇਸ਼ਨ ਹੈ, ਇਹਨੂੰ ਐਕਸੈਪਟ ਕਰੋ ਯਾਰ, ਐਕਸੈਪਟ ਕਰਕੇ ਅੱਗੇ ਤੁਰੋ ਜੇ ਇਹਨੂੰ ਬੈਟਰ ਕਰਨਾ ਹੈਗਾ। ਜੇ ਨਹੀਂ ਕਰਨਾ ਤਾਂ ਫਿਰ ਤਾਂ ਇਹ ਤੁਸੀਂ ਗੋਲੀਆਂ ਦਈ ਜਾਂਦੇ ਆ, ਇੱਧਰ ਦੀਆਂ ਬਾਲਾਂ ਇੱਧਰ ਨੂੰ ਪਾਈ ਜਾਂਦੇ ਆ। ਮੈਂ ਤਾਂ ਅਸਲੀ ਗੱਲ ਆ ਖੇਡਾਂ ਵਾਲੀ ਲੈਂਗੁਏਜ ਦੇ ਵਿੱਚ ਹੀ ਸਾਰੀ ਗੱਲ ਕਰ ਲੈਣਾ ਹੁੰਨਾ। ਤੁਸੀਂ ਆਪਣੇ ਪਾਰਟੀ ਕਲੀਗ ਦੇ ਵਿੱਚ ਨਾਲ ਵੀ ਇਹ ਗੱਲ ਸ਼ੇਅਰ ਕੀਤੀ ਹੈ ਕਿਸੇ ਦੇ ਨਾਲ ਵੀ ਨਹੀਂ, ਮੈਨੂੰ ਤਾਂ ਉਹਨਾਂ ਤੋਂ ਕਈਆਂ ਤੋਂ ਫੋਨ ਆਏ ਵੀ ਤੁਹਾਡੇ ਨਾਲ ਆਹ ਗੱਲ ਹੋਈ ਆ। ਅੱਛਾ, ਮੈਂ ਤਾਂ ਅਸਲੀ ਗੱਲ ਆ, ਮੈਂ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਸੀ ਚਾਹੁੰਦਾ, ਸ਼ਰਮ ਕਰਕੇ ਨਹੀਂ ਦੱਸਣਾ ਚਾਹੁੰਦਾ ਸੀ ਵੀ ਯਾਰ ਮੈਨੂੰ ਵੀ ਇਹ ਗੱਲ ਆ। ਪਰ ਜਦੋਂ ਉਹਨਾਂ ਦੇ ਫੋਨ ਆਉਣ ਲੱਗ ਪਏ ਫਿਰ ਮੈਂ ਕਿਹਾ ਸੱਚੀ ਗੱਲ ਹੈ, ਹੋ ਸਕਦਾ ਮੈਂ ਤੁਹਾਡੇ ਨਾਲ ਵੀ ਨਾ ਸਾਂਝੀ ਕਰਦਾ। ਤੇ ਜਦੋਂ ਉਹਨਾਂ ਦੇ ਮੈਨੂੰ ਫੋਨ ਆਉਣ ਲੱਗ ਪਏ ਫਿਰ ਮੈਂ ਕਿਹਾ ਯਾਰ ਜਦੋਂ ਪਤਾ ਹੀ ਲੱਗ ਗਿਆ ਸਭ ਨੂੰ ਵੀ ਮੇਰੇ ਨਾਲ ਆਹ ਕੀਤਾ ਇਹਨਾਂ ਨੇ। ਤੁਸੀਂ ਕਿਹਾ ਮੈਨੂੰ ਪਤਾ ਉਹ ਕਿਹੜੇ ਲੋਕ ਆ ਤੇ ਕਿੱਥੇ ਕਿੱਥੇ ਮਿਲੇ, ਤੁਸੀਂ ਜ਼ਿਕਰ ਕਰਨਾ ਚਾਹੋਗੇ ਕਿਹੜੇ ਲੋਕ ਸੀ? ਆਉਣ ਵਾਲੇ ਸਮੇਂ 'ਚ ਟਾਈਮ ਤਾਂ ਦਿਓ। ਮੈਂ ਤਾਂ ਪਿਛਲੀ ਪ੍ਰੈਸ ਕਾਨਫਰੰਸ ਇੱਕੋ ਹੀ ਗੱਲ ਕਹੀ ਸੀ ਨਾ ਵੀ ਆਪਾਂ 10-15 ਦਿਨਾਂ ਬਾਅਦ ਮਿਲਿਆ ਕਰਾਂਗੇ। ਅੱਛਾ, ਮੈਨੂੰ ਨਹੀਂ ਸੀ ਪਤਾ ਵੀ ਆਹ ਵਿੱਚ ਆ ਜਾਣਾ। ਨਹੀਂ, ਧੰਨਵਾਦ ਕਰਦੀ, ਅਸੀਂ ਵੀ ਧੰਨਵਾਦ ਕਰਦੇ ਉਹਨਾਂ ਦਾ। ਇਹਦੇ ਗੱਲ ਸੁਣੋ, ਕੀ ਵਜ੍ਹਾ ਹੈਗੀ ਕਿ ਹਰਕਰ ਸਿੰਘ ਹੋ ਗਏ, ਨਵਜੋਤ ਸਿੰਘ ਸਿੱਧੂ ਹੋ ਗਏ, ਚਰਨਜੀਤ ਚੰਨੀ, ਇਹ ਜ਼ਿਆਦਾ ਹਾਈ ਕਮਾਂਡ ਦੇ ਬੰਦੇ ਕਾਊਂਟ ਹੁੰਦੇ ਨੇ, ਉਹੀ ਬੰਦੇ ਟਾਰਗੇਟ ਹੋ ਰਹੇ ਨੇ? ਉਹਦੇ ਘਰ ਦੀ ਨਹੀਂ ਪਤਾ ਨਹੀਂ, ਮੈਂ ਤਾਂ ਯਾਰ ਦੇਖੋ ਹਾਈ ਕਮਾਂਡ ਨੂੰ ਬਹੁਤਾ ਸੱਚੀ ਗੱਲ ਆ, ਮੇਰਾ ਸਹਿਚਾਰ ਤਾਂ ਬਹੁਤਾ ਕਿਸੇ ਨਾਲ ਹੈ ਨਹੀਂਗਾ। ਮੈਂ ਤਾਂ ਜੇ ਆ ਗਿਆ ਤੇ ਜਿੰਨੀ ਕੁ ਮੇਰੀ ਕੌਨਸਟੀਚੁਐਂਸੀ ਤੋਂ ਇੱਥੇ ਤੇ ਇੱਥੋਂ ਕੌਨਸਟੀਚੁਐਂਸੀ ਤੇ, ਲੇਕਿਨ ਜਿਹੜੀ ਗੱਲ ਪੰਜਾਬ ਦੀ ਗੱਲ ਹੈਗੀ ਆ ਉਹ ਮੈਂ ਕਰਨੀ ਜ਼ਰੂਰ ਹੈ। ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ, ਜਾਂ ਤਾਂ ਮੈਨੂੰ ਕੋਈ ਕਨਵਿੰਸ ਕਰ ਦੇਵੇ ਤੇ ਜਾਂ ਫਿਰ ਮੇਰੇ ਕੋਲੋਂ ਕੋਈ ਕਨਵਿੰਸ ਹੋ ਜਾਵੇ, ਗੱਲ ਤਾਂ ਇੰਨੀ। ਪਰ ਸੁਨੀਲ ਜਾਖੜ ਨੇ ਵੀ ਕੋਈ ਇੰਟਰਵਿਊ ਕੀਤਾ ਜੀ? ਨਹੀਂ, ਮੈਂ ਤਾਂ ਜਿਹੜਾ ਇੱਕ ਦੋ ਬੰਦਿਆਂ ਨੂੰ ਦੱਸਣਾ ਮੇਰਾ ਫਰਜ਼ ਬਣਦਾ ਸੀ ਬੀਇੰਗ ਐਮਐਲਏ, ਮੈਂ ਕਨਵੇ ਕਰ ਦਿੱਤਾ। ਨਹੀਂ, ਪ੍ਰਧਾਨ ਸਾਹਿਬ ਨੂੰ ਵੀ ਕਨਵੇ ਕੀਤਾ ਇਹ ਗੱਲ। ਉਹਨਾਂ ਦਾ ਕੋਈ ਆਇਆ ਨਹੀਂ ਹੈ ਜੀ?
ਨਹੀਂ ਚਲੋ ਰਿਐਕਸ਼ਨ ਜ਼ਰੂਰੀ ਨਹੀਂ ਹੈ। ਮੇਰਾ ਸੱਚੀ ਗੱਲ ਆ, ਮੇਰਾ ਵੀ ਸਾਂਝ ਕਰਨ ਨੂੰ ਨਹੀਂ ਸੀ ਦਿਲ ਕਰਦਾ। ਮੈਂ ਕਿਹਾ ਯਾਰ ਵੀ ਕੀ ਕਹੂੰਗਾ ਵੀ ਮੈਂ 15 ਸਾਲ ਹਿੰਦੁਸਤਾਨ ਦੀ ਹਾਕੀ ਟੀਮ ਚ ਰਿਹਾ ਤੇ 10 ਸਾਲ ਕਪਤਾਨੀ ਕੀਤੀ ਆ ਤੇ ਮੇਰੇ ਨਾਲ ਇਹ ਆ ਕਰਨ ਜਾ ਰਹੇ ਆ। ਜੇ ਇਹ ਇਦਾਂ ਹੀ ਹੁੰਦਾ ਆ ਤਾਂ ਫਿਰ ਕੋਈ ਗੱਲ ਨਹੀਂ, ਇਦਾਂ ਹੀ ਚੱਲਦੇ ਆ। ਮਤਲਬ ਭੱਜਦਿਆਂ ਨੂੰ ਵਾਹਣ ਹੁਣ ਇੱਕੋ ਜਿਹੇ ਨਹੀਂ ਭੱਜਦਿਆਂ ਨੂੰ ਵਾਹਣ ਤਾਂ ਇੱਕੋ ਜਿਹਾ ਹੀ ਹੈ, ਇਹ ਚ ਕੀ ਰੌਲੇ ਵਾਲੀ ਗੱਲ ਹੈ। ਬੇਅਦਬੀ ਦੇ ਕੇਸਾਂ ਦੀ ਜਾਂਚ ਦੀ ਮੰਗ ਤੁਹਾਡੇ ਵੱਲੋਂ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਿਹੜੀ ਕੱਲ 6 ਗ੍ਰਿਫਤਾਰੀਆਂ ਹੋਈਆਂ, ਕਿਵੇਂ ਦੇਖਦੇ ਹੋ? ਲੱਗਦਾ ਜਾਂਚ ਦੀ ਪਾਸੇ ਜਾਣਗੇ? ਅਸੀਂ ਤਾਂ ਕਦੀ ਇਹ ਕਿਹਾ ਹੀ ਨਹੀਂ ਹੈ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਵੀ ਜਿਹੜੀ ਗੱਲ ਠੀਕ ਆ ਉਹਦੇ ਤੇ ਪਹਿਰਾ ਦੇ ਲਈਏ। ਕੌਣ ਰੋਕਦਾ ਆ ਨਾ? ਜੇ ਬੇਅਦਬੀਆਂ ਦੇ ਵਿੱਚ ਵੀ ਜੇ ਇਨਵੈਸਟੀਗੇਸ਼ਨ ਬਹੁਤੇ ਚੀਜ਼ਾਂ 'ਚ ਹੋ ਚੁੱਕੀ ਆ। ਨਿਹਾਲ ਸਿੰਘ ਨੇ ਐਫੀਡੇਵਿਟ ਦਿੱਤਾ ਸੀ 2008 ਦੇ ਵਿੱਚ, ਜਿਹੜਾ ਬਾਬੇ ਰਾਮ ਰਹੀਮ ਨੇ ਪੋਸ਼ਾਕ ਪਾਈ ਸੀ, ਵੀ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਫॉर ਟ੍ਰਾਇਲਸ। ਉਹ ਕਿਹਨੇ ਕੈਂਸਲੇਸ਼ਨ ਕੀਤੀ? ਸਰਦਾਰ ਸੁਖਬੀਰ ਸਿੰਘ ਬਾਦਲ। ਕੱਲ ਦੀ ਖਰੇ ਸਟੇਟਮੈਂਟ ਆ। ਯਾਰ ਕਿਉਂ ਇਹਨਾਂ ਚੀਜ਼ਾਂ ਨੂੰ ਪੋਲੀਟੀਕਲਾਈਜ਼ ਕਰਦੇ ਆ? ਕਿਉਂ ਇਹਨਾਂ ਚੀਜ਼ਾਂ ਦੀ ਸੋਚ ਨਹੀਂ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸਮਾਜ ਨੂੰ, ਆਪਣੇ ਧਰਮ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ? ਭਾਈ ਪਤਾ ਤਾਂ ਲੱਗਾ ਤੁਹਾਡੇ ਤੋਂ ਵੀ ਸਰਕਾਰ ਦੇ ਬੜੇ ਡਾਕੂਮੈਂਟ ਹੈਗੇ, ਵੱਡੇ ਦੀ ਖੁਲਾਸੇ ਕਰੋਗੇ ਛੇਤੀ? ਨਹੀਂ ਮਿਲਦੇ ਰਿਹਾ ਕਰਾਂਗੇ ਆਪਾਂ 5-4 ਦਿਨਾਂ ਬਾਅਦ, ਕੋਈ ਗੱਲ ਨਹੀਂ। ਆਪਾਂ ਚਾਹ ਚੂਹ ਦਾ ਕੱਪ ਪੀ ਲਿਆ ਕਰਾਂਗੇ ਤੇ ਆਪਾਂ ਮਿਲਿਆ ਕਰਾਂਗੇ ਜ਼ਰੂਰ। ਮੈਂ ਤਾਂ ਅਸਲੀ ਗੱਲ ਹੈ ਪਿਛਲੀ ਵਾਰੀ ਵੀ ਉਹੀ ਕਰਨਾ ਸੀ ਇੱਕ ਅੱਧਾ, ਉਹ ਪਰ ਆ ਵਿੱਚ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਨਾਲ ਆਹ ਹੋਣੀ ਆ। ਦੇਖੋ ਸੱਚ ਨੂੰ ਨਾ ਕਦੀ ਜਿਹੜਾ ਆ ਉਹ ਥੱਲੇ ਨੂੰ ਨਹੀਂ ਕੀਤਾ ਜਾ ਸਕਦਾ। ਮੇਰੇ ਵਰਗੇ ਬੰਦੇ ਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਸ ਲੈਵਲ ਤੋਂ ਮੈਂ ਚੱਲਿਆ ਤੇ ਜਿਸ ਲੈਵਲ ਤੇ ਪਹੁੰਚ ਗਿਆ, ਤੇ ਜੇ ਇਹ ਡੈਸਟਨੀ ਨਾ ਹੁੰਦੀ ਤਾਂ ਫਿਰ ਮੈਂ ਇਸ ਲੈਵਲ ਤੇ ਪਹੁੰਚ ਨਹੀਂ ਸੀ ਸਕਦਾ। ਬਹੁਤ ਜਿੱਥੋਂ ਦੀ ਵੀ ਲੰਘਿਆ ਲੋਕਾਂ ਨੇ ਬਹੁਤ ਲੱਤਾਂ ਖਿੱਚੀਆਂ, ਸੱਚੀ ਗੱਲ ਹੈ। ਜਿੱਥੋਂ ਦੀ ਵੀ ਲੰਘਿਆ, ਜੇ ਕਿਤੇ ਮੈਂ ਕਿਤੇ ਦੀ ਕਿਤਾਬ ਲਿਖਣੀ ਹੋਵੇ ਨਾ, ਤੇ ਜਿਸ ਪਿੰਡ ਤੋਂ ਮੈਂ ਤੁਰਿਆ ਤੇ ਜਿਸ ਤੱਕ ਹੁਣ ਪਹੁੰਚਿਆ, ਤੇ ਮੈਂ ਤਾਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਜੇ ਲੱਤਾਂ ਨਾ ਮੇਰੀਆਂ ਖਿੱਚੀਆਂ ਹੁੰਦੀਆਂ ਸ਼ਾਇਦ ਮੈਂ ਇੱਥੇ ਤੱਕ ਨਾ ਪਹੁੰਚਦਾ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਭਾਈ ਇੱਕ ਸਵਾਲ ਆ ਕਿ ਅਕਾਲੀ ਚੰਗੇ ਕਿ ਕਾਂਗਰਸੀ ਮਾੜੇ, ਜਾਂ ਉਹ ਮਾੜੇ ਕਿ ਆ ਚੰਗੇ? ਇੱਕੋ ਜਿਹੇ ਸਾਰੇ, ਇੱਕੋ ਜਿਹੇ ਆ। ਸਾਨੂੰ ਸੋਚ ਬਦਲਣ ਦੀ ਜ਼ਰੂਰਤ ਹੈ, ਸਾਨੂੰ ਥਾਟ ਪ੍ਰੋਸੈਸ ਬਦਲਣ ਦੀ ਜ਼ਰੂਰਤ ਹੈ। ਮੈਂ ਕਿਉਂ ਹਮੇਸ਼ਾ ਕਹਿੰਦਾ ਇੰਟਰਨਲ ਡੈਮੋਕ੍ਰੇਸੀ ਠੀਕ ਕਰ ਲਈਏ। ਆਪਾਂ ਨੂੰ ਪੰਜਾਬ ਦੇ ਇਸ਼ੂਜ਼ ਤੇ ਕੰਮ ਕਰਨਾ ਪੈਣਾ। ਪੰਜਾਬ ਜਾ ਕਿੱਧਰ ਨੂੰ ਰਿਹਾ, ਕਿੱਧਰ ਨੂੰ ਜਾ ਰਿਹਾ? ਕਿਸੇ ਨੂੰ ਜਸਟਿਸ ਦੀ ਉਮੀਦ ਨਹੀਂ ਆਉਂਦੀ। ਇੱਕ ਹੋਰ ਸਵਾਲ ਦਾ ਜਵਾਬ ਦਿਓ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੰਗੇ ਕਿ ਕੈਪਟਨ ਅਮਰਿੰਦਰ ਸਿੰਘ? ਦੋਨੇ ਬਹੁਤ ਰਿਸਪੈਕਟੇਬਲ ਆ।